पक्ष ਦੀਆਂ खबरां देख रहे सारे ਸਰੋਤਿਆਂ ਨੂੰ दास संदीप सिंह ਵੱਲੋਂ ਵਾਹਿਗੁਰੂ जी का खालसा वाहिगुरू जी की फतेह। ਅੱਜ ਦੇ ਸਾਡੇ ਮਹਿਮਾਨ हरप्रीत सिंह कैलगरी तो ਅਤੇ हैरी धालीवाल जी टोरंटो तो। जी आया ਨੂੰ जी। थैंक यू जी। हैरी धालीवाल जी ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। जो जस्टिन ट्रूडो जी का नवा मसला नैनियां बारे सामने आया आ, ये बारे आप जी की कहना चाहते हो? संदीप जी ये बारे मेरे तो यही ख्याल है, देखो इन्होंने चीज़ों का कोई ना लंबे चौड़े है बहुता फर्क नहीं पैंदा। फर्क तां पै रहा कि उन्होंने आप बड़ी हिक ठोक के कमिटमेंट की सी, कहते सी भी चाइल्ड केयर बेनीफिट शुड गो टू द फैमिली हू नीड द हेल्प, not family like me, family like mine or Mr. Prime Minister Stephen Harper's. So he told the Canadian press at that time that the child care ਜਿਹੜੀ ਹੈਗੀ ਹੈ ਉਹਦੇ ਵਿੱਚ ਟੈਕਸ ਪੇਅਰ ਦਾ ਪੈਸਾ ਸਾਡੇ ਵਰਗੇ ਜਿਹੜੇ ਅਮੀਰ ਬੰਦੇ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ। ਉਹ ਹੁਣ ਇਸ ਵਕਤ ਆ ਵੀ ਜਿਹੜੀ ਉਹਨਾਂ ਦੀ ਵੇਜਸ ਪੇਪਰ ਦੇ ਵਿੱਚ ਆਈਆਂ ਉਸ ਹਿਸਾਬ ਦੇ ਨਾਲ ਮੇਰਾ ਖਿਆਲ ਹੈ ਵੀ $600 ਮੇਰਾ ਐਵਰੀ ਡੇ ਦਾ ਬਣਦਾ, ਤੇ ਉਹ $600 ਹੁਣ ਉਹ ਟੈਕਸ ਪੇਅਰਸ ਉਹਨਾਂ ਦੇ ਬੱਚਿਆਂ ਨੂੰ ਰੱਖਣ ਵਾਸਤੇ ਸਾਂਭਣ ਵਾਸਤੇ ਪੇ ਕਰ ਰਹੇ ਨੇ। ਜੇ ਉਹ ਪਹਿਲਾਂ ਨਾ ਕਹਿਆ ਹੁੰਦਾ ਫਿਰ ਤਾਂ ਉਹਦੀ ਮੇਰੇ ਕੋਲ ਕੋਈ ਏਡੀ ਵੱਡੀ ਪ੍ਰੋਬਲਮ ਸੀ। ਉਹਨਾਂ ਨੇ ਪਹਿਲਾਂ ਕਹਿਣ ਕਰਕੇ ਇਹ ਪ੍ਰੋਬਲਮ ਕ੍ਰੀਏਟ ਕੀਤੀ ਹੋਈ ਹੈ, ਉਹਨਾਂ ਦੀ ਆਪਦੀ ਪ੍ਰੋਬਲਮ ਕ੍ਰੀਏਟ ਕੀਤੀ। ਜਦੋਂ ਉਹ ਮੈਂਬਰ ਆਫ ਪਾਰਲੀਮੈਂਟ ਵੀ ਸੀਗੇ, ਬਾਕੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਉਹ ਉੱਥੇ ਜਾਂਦੇ ਨੇ, ਕਈ ਵਾਰੀ ਹੋਟਲਾਂ 'ਚ ਰਹਿੰਦੇ ਨੇ, ਕੋਈ ਛੋਟੀ ਛੋਟੀਆਂ ਅਪਾਰਟਮੈਂਟ 'ਚ ਰਹਿੰਦੇ ਨੇ, ਪਰ ਇਹਨਾਂ ਨੇ ਆਪਣਾ ਉੱਥੇ ਈਵਨ ਐਜ਼ ਅ ਮੈਂਬਰ ਆਫ ਪਾਰਲੀਮੈਂਟ ਵੀ ਵੱਡਾ ਸਾਰਾ ਘਰ ਲੈ ਕੇ ਤੇ ਆਪਦੀਆਂ 2 ਨੈਨੀਜ਼ ਹਾਇਰ ਕਰਕੇ ਹੀ ਕੈਨ ਅਫੋਰਡ ਇਟ। ਸੋ ਉਹਨਾਂ ਦੀ ਹਿਸਟਰੀ ਇਹ ਪ੍ਰੂਵ ਕਰਦੀ ਹੈ ਵੀ ਦੇ ਈਵਨ ਬਿਫੋਰ becoming prime minister he had this family had 2 nannies, so ਇਸ ਕਰਕੇ ਉਹ ਦੇਖੋ ਮੈਨੂੰ ਇੱਕ ਇਹਦੇ ਤੇ ਲੱਗਦਾ ਉਹਨਾਂ ਨੂੰ ਨੈਨੀ ਜਾਂ ਕੇਅਰ ਗਿਵਰ ਕਹਿਣ ਦੀ ਬਜਾਏ ਉਹਨਾਂ ਨੇ ਜਿਹੜਾ ਉਹਨਾਂ ਦੇ 2015 1264 ਤੇ 1265 ਜਿਹੜਾ ਉਹਨਾਂ ਨੇ ਪਾਸ ਕੀਤਾ ਆਪਣੀ ਕੈਬਨਿਟ ਦੇ ਵਿੱਚ, ਉਹਦੇ ਵਿੱਚ ਉਹਨਾਂ ਨੂੰ ਸਪੈਸ਼ਲ ਅਸਿਸਟੈਂਟ ਦੇ ਤੌਰ ਦੇ ਉੱਤੇ ਹਾਇਰ ਕੀਤਾ। ਇਹ ਮੇਰੇ ਤੋਂ ਇਹ ਕਹਿ ਤੋਂ ਬਗੈਰ ਰਿਹਾ ਨਹੀਂ ਜਾਂਦਾ ਕਿ ਇਹ ਜਿਹੜੀ ਕਲਚਰ ਆਫ ਇੰਟਾਈਟਲਮੈਂਟ ਹੈ ਨਾ ਉਹ ਇਹਨਾਂ ਦੇ ਵਿੱਚ ਦੀ ਬੋਲਦਾ ਹੈ। ਉਹ ਇਹਨਾਂ ਦੇ ਐਕਸ਼ਨ ਦੇ ਹਾਲ ਤਾਂ ਮਹੀਨਾ ਹੀ ਹੋਇਆ ਸਿਰਫ, ਤੇ ਮਹੀਨੇ ਦੇ ਵਿੱਚ ਹੀ ਇਹਨਾਂ ਨੇ ਪਹਿਲਾਂ ਇਹ ਜਿਹਾ ਐਕਸ਼ਨ ਕਰਤਾ। ਇੱਕ ਹੋਰ ਤੇ ਮੈਂ ਅੱਗੇ ਤੁਹਾਡੇ ਨਾਲ ਗੱਲ ਕਰਦਾ ਸੀ ਆਫ ਦੀ ਏਅਰ ਸੰਦੀਪ ਜੀ, ਮੌਂਟਰੀਅਲ ਦੇ ਵਿੱਚ ਜਿਹੜੇ ਰਿਫਿਊਜੀ ਜਿਹੜਾ ਹੈਗੇ ਨੇ ਉਹਨਾਂ ਦਾ ਟਾਸਕ ਫੋਰਸ ਨੂੰ ਜਿਹੜਾ ਹੈੱਡ ਕਰਦਾ ਬੰਦਾ ਉਹ ਡਿਪਟੀ ਮਿਨਿਸਟਰ, ਉੱਥੋਂ ਦਾ ਮੇਅਰ ਜਿਹੜਾ ਮਿਨਿਸਟਰ ਹੈ, ਤੇ ਉਹ ਉਹਨੇ ਆਪਣਾ ਪੁਰਾਣਾ ਡਿਪਟੀ ਮਿਨਿਸਟਰ $1800 ਪਰ ਡੇ ਦੇ। ਹਾਲਾਂਕਿ ਇਹ ਟੌਪਿਕ ਵੱਖਰਾ ਹੈ, ਪਰ ਮੈਂ ਉਹਦੀ ਇੰਟਾਈਟਲਮੈਂਟ ਹੈ ਵੀ ਇਹ ਆਪਣੇ ਇਸ ਤਰ੍ਹਾਂ ਜਦੋਂ ਪਬਲਿਕ ਦਾ ਪੈਸਾ ਹੈ ਉਹਨੂੰ ਜਦੋਂ ਇਹ ਯੂਜ਼ ਕਰਨਾ, ਇਹਨਾਂ ਦਾ ਸ਼ੁਰੂ ਤੋਂ ਇਹ ਸੁਭਾਅ ਹੈ। ਇਹ ਹਾਲੇ ਤਾਂ ਮਹੀਨੇ ਹੋਇਆ, ਹਾਲੇ ਤਾਂ ਇਹ ਪਹਿਲੀ ਅਸੈਂਬਲੀ ਦੀ ਵੀ ਜਿਹੜੀ ਆਪਣੀ ਲੈਜਿਸਲੇਸ਼ਨ ਦੀ ਵੀ ਸਿਟਿੰਗ ਨਹੀਂ ਹੋਈ, ਉਸ ਤੋਂ ਪਹਿਲਾਂ ਹੀ ਇਹ ਕੰਮ ਸ਼ੁਰੂ ਹੋ ਗਿਆ। ਆਈ ਥਿੰਕ ਦੇयर इज अ लॉट मोर टू हैपन इन फ्यूचर। ਹਰਪ੍ਰੀਤ ਜੀ, ਤੁਹਾਨੂੰ ਨਹੀਂ ਲੱਗਦਾ ਕਿ ਸਾਡੇ ਮਿਹਨਤ ਦੀ ਕਮਾਈ ਤੋਂ ਬਾਅਦ ਚੋਂ ਜਾਂਦੇ ਹੋਏ ਟੈਕਸ ਦਾ ਸਿੱਧਾ ਮਿਸਯੂਜ਼ ਹੈ? संदीप जी देखो काफ़ी चीज़ों मिक्स किया जा रहा है, उन्होंने प्रॉपरली अंडरस्टैंड नहीं किया जा रहा। सब तो पहला तो जिन्होंने जस्टिन ट्रूडो ने अपोज किया यूनीवर्सल चाइल्ड केयर बेनीफिट, आई थिंक ही स्टिल अपोजिट्स इट, वो अजे भी उन्होंने अपोज करते हैं। उस की सी कि सारे कनेडियंस को चाइल्ड केयर बेनीफिट दिता जा रहा सी। आई थिंक असी उत्ते शो भी कर चुके हैं कि किन्ने दा चैक सारिਆਂ ਨੂੰ ਆਇਆ ਸੀ। देखो जे ਆਪਾਂ लॉजिकली गल करिए, ਜਿਹੜੇ ਲੋਕ ਕੈਨੇਡਾ 'ਚ ਰਹਿੰਦੇ ਨੇ, ਮੈਂ ਇੱਦਾਂ ਦੀ ਬਹੁਤ ਫੈਮਲੀਜ਼ ਨੂੰ ਜਾਣਦਾ ਵਾਂ ਕਿ ਜਿਨ੍ਹਾਂ ਦੀ ਮੰਥਲੀ ਇਨਕਮ 10,000 ਤੋਂ ਜ਼ਿਆਦਾ ਆ, ਐਂਡ ਉਹਨਾਂ ਨੂੰ UCCB ਦੇ ਚੈੱਕ ਚਾਹੀਦੇ ਨਹੀਂ ਹੈਗੇ। ਐਗਜ਼ੈਕਟਲੀ ਇਹੀ ਚੀਜ਼ ਜਸਟਿਨ ਟਰੂਡੋ ਜੀ ਨੇ ਆਖੀ ਸੀ, ਇਹੀ ਚੀਜ਼ ਤੇ ਉਹ ਸਟੈਂਡ ਕਰਦੇ ਆ। ਹੁਣ ਤੁਸੀਂ ਜਾਂ ਇਸ ਟਾਈਮ 2 ਚੀਜ਼ਾਂ ਨੂੰ ਮਿਕਸ ਕਰਕੇ ਵੇਖਿਆ ਜਾ ਰਿਹਾ ਵਾ। ਹੁਣ ਤੁਸੀਂ ਮਿਕਸ ਕਰ ਰਹੇ ਜੋ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਦੇ EMPLOYEEਜ਼, जो प्राइम मिनिस्टर ऑफ कैनेडा वास्ते सपोर्टिंग स्टाफ है, उन्होंने UCCB नाल जोड़ के देख रहे जो 2 अड चीज़ां ने। इनू आप UCCB नाल बिल्कुल कंपेयर नहीं कर सकते। बाकी रही जस्टिन ट्रूडो जी की गल, काम की गल जी आप करते हैं, इनकम की गल, ही मेक्स 325,000 पर ईयर। प्राइम मिनिस्टर की सैलरी जो कैनेडा में लगभग 3.25 लाख साल की आ। तो ये तो मैं तुहाडी गल नाल सहमत है हरजीत भाई दी कि ही इज़ अ हाई पेड गाई, बट ਜਦੋਂ ਤੁਸੀਂ ਇੱਕ ਇੰਨੀ ਵੱਡੀ ਪੋਸਟ ਤੇ ਹੁੰਦੇ ਜੋ ਕੰਟਰੀ ਦੀ,
ਤੁਹਾਡੇ ਕੋਲ ਕਾਫੀ ਆਬਲੀਗੇਸ਼ਨਸ ਹੁੰਦੀਆਂ ਨੇ, ਉਹਦੇ ਨਾਲ ਹੀ ਇੱਕ ਮਿੰਟ ਹਰਜੀਤ ਜੀ ਮੈਨੂੰ ਹਨਾ ਜਸਟਿਨ ਟਰੂਡੋ ਜੀ ਕੋਲ ਕਾਫੀ ਆਬਲੀਗੇਸ਼ਨ ਨੇ, ਪਲੱਸ ਉਹਨਾਂ ਦੀ ਵਾਈਫ ਕੋਲ ਕਾਫੀ ਆਬਲੀਗੇਸ਼ਨ ਨੇ, ਕਾਫੀ ਜਗ੍ਹਾ ਉਹਨਾਂ ਦੀ ਵਾਈਫ ਨੂੰ ਵੀ ਜਸਟਿਨ ਟਰੂਡੋ ਜੀ ਦੇ ਨਾਲ ਜਾਣਾ ਪੈਂਦਾ ਹੈ ਜੋ ਕਿ ਆਫੀਸ਼ੀਅਲ ਹੁੰਦਾ ਵਾ। ਤੇ ਜੇ ਪ੍ਰਾਈਮ ਮਿਨਿਸਟਰ ਦੀ ਸਪੋਰਟਿੰਗ ਸਟਾਫ ਤੇ ਨਾ ਜਸਟਿਨ ਟਰੂਡੋ ਜੀ ਨੇ ਪਹਿਲੇ ਦਿਨ ਕੁਐਸਚਨ ਕੀਤਾ ਸੀ ਨਾ ਹੁਣ ਕੀਤਾ ਸੀ। ਨਹੀਂ, ਮੇਰਾ ਇੱਥੇ ਭਾਜੀ ਤੁਸੀਂ ਸਵਾਲ ਦਾ ਫੇਰ ਨਹੀਂ ਜਵਾਬ ਦਿੱਤਾ। ਮੰਨ ਲਓ ਕਿ ਨਾ ਇਹ ਸਾਰਾ ਲਾਈਕ UCCB ਵਾਲਾ ਮਸਲਾ ਵੀ ਮੈਂ ਅਗਰ 2 ਸੈਕਿੰਡ ਲਈ ਤੁਹਾਡੀ ਗੱਲ ਮੰਨ ਲਵਾਂ, ਮੈਂ ਇਹ ਵੀ ਗੱਲ ਮੰਨਦਾ ਹਾਂ ਕਿ ਹਾਂ ਤੁਸੀਂ ਵੀ ਮੰਨੇ ਹੋਣੇ ਕਿ ਉਹਨਾਂ ਨੂੰ ਇੱਕ ਸੈਲਰੀ ਚੰਗੀ ਮਿਲਦੀ ਪਈ ਹੈਗੀ ਆ। ਮੇਰਾ ਸਵਾਲ ਇਹ ਆ ਕਿ ਮੇਰੇ ਟੈਕਸ ਦੇ ਪੈਸੇ ਨੂੰ ਉਹਨਾਂ ਦੇ ਫੈਮਿਲੀ ਦੇ ਉਹਨਾਂ ਦੇ ਬੱਚਿਆਂ ਨੂੰ ਸਾਂਭਣ ਲਈ ਯੂਜ਼ ਕੀਤਾ ਜਾਵੇ, ਇਹ ਕਿੱਥੇ ਤੱਕ ਜਾਏਗਾ? ਬਾਕੀ ਸੰਦੀਪ ਜੀ ਕੁਐਸਚਨ ਇਹ ਆ, ਤੁਹਾਡਾ ਕੁਐਸਚਨ ਕਾਫੀ ਮੈਂ ਤੁਹਾਡੇ ਕੁਐਸਚਨ ਨਾਲ ਐਗਰੀ ਨਹੀਂ ਕਰਦਾ ਸੰਦੀਪ ਜੀ। ਪਹਿਲੀ ਗੱਲ ਤਾਂ ਤੁਹਾਡਾ ਕੁਐਸਚਨ ਹੀ ਗਲਤ ਆ। ਤੁਸੀਂ ਆਪਣੇ ਟੈਕਸ ਪੇਅਰ ਦੇ ਪੈਸੇ ਨੂੰ ਕੈਨੇਡੀਅਨ ਪ੍ਰਾਈਮ ਮਿਨਿਸਟਰ ਵਾਸਤੇ ਕੁਐਸਚਨ ਕਰ ਰਹੇ ਜੋ ਆਈ ਥਿੰਕ ਤੁਹਾਡਾ ਟੈਕਸ ਪੇਅਰ ਦਾ ਪੈਸਾ ਬਹੁਤ ਹੋਰ ਗਲਤ ਜਗ੍ਹਾ ਯੂਜ਼ ਹੋ ਰਿਹਾ ਵਾ, ਤੁਹਾਨੂੰ ਉੱਤੇ ਕਨਸੈਂਟਰੇਟ ਕਰਨਾ ਚਾਹੀਦਾ। ਆ ਤੇ ਬਹੁਤ ਹੀ ਨਿੱਕਾ ਜਿਹਾ ਇਸ਼ੂ ਆ। ਤੁਸੀਂ ਹੁਣ ਇਹ ਕਹਿ ਰਹੇ, ਕੱਲ ਤੁਸੀਂ ਕਹੋਗੇ ਕਿ ਜਸਟਿਨ ਟਰੂਡੋ ਜੀ ਦੇ ਬੱਚਿਆਂ ਨੂੰ ਸਿਕਿਉਰਿਟੀ ਨਹੀਂ ਦੇਣੀ ਚਾਹੀਦੀ, ਸਾਡੇ ਟੈਕਸ ਪੇਅਰ ਦੀ ਬਣੀ ਆ। ਕੱਲ ਤੁਸੀਂ ਕਹੋਗੇ ਕਿ ਉਹਨਾਂ ਦੀ ਜਿਹੜੀ ਕਾਰ ਦਿੱਤੀ ਆ ਨੇ ਉਹ ਵਾਪਸ ਲੈ ਲਓ, ਇੱਕੋ ਕਾਰ ਦੇ ਦਿਓ, ਸਾਡੇ ਟੈਕਸ ਪੇਅਰ ਦੀ ਬਣੀ ਆ। ਤੁਸੀਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਵੈਲਿਊਜ਼ ਨੂੰ ਵੀ ਸਮਝੋ, ਉਹਨਾਂ ਨੂੰ ਇੱਕ ਸਟੈਂਡਰਡ ਮੇਨਟੇਨ ਕਰਨਾ ਉਹਨੂੰ ਵੀ ਸਮਝੋ। ਉਹਨਾਂ ਨੂੰ ਇਹ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਸੀ ਜਦੋਂ ਮੂੰਹ ਪਾੜ ਕੇ ਪਹਿਲਾਂ ਸਟੇਟਮੈਂਟਾਂ ਦਿੱਤੀਆਂ ਵੀ ਮੈਨੂੰ ਲੋੜ ਨਹੀਂ ਹੈ, ਆਈ ਕੈਨ ਹੈਂਡਲ ਇਟ ਬਾਈ ਮਾਈਸੈਲਫ। ਬਾਕੀ ਹੋਰ ਬੰਦੇ ਬਹੁਤ ਐਸੇ ਨੇ ਇਸ ਕੰਟਰੀ ਦੇ ਵਿੱਚ ਜਿਹੜੇ ਕਿ ਪ੍ਰਾਈਵੇਟ ਸੈਕਟਰ 'ਚ ਕੰਮ ਕਰਦੇ ਨੇ। ਹਰਜੀਤ ਜੀ ਤੁਹਾਨੂੰ ਇਹ ਨਹੀਂ ਲੱਗਦਾ ਤੁਸੀਂ ਦੋ ਚੀਜ਼ਾਂ ਨੂੰ ਕੰਪੇਅਰ ਕਰਨ ਦੇ ਜੋ ਇੱਕ ਨੈਨੀ ਦੀ ਸੈਲਰੀ ਕੰਪੇਅਰ ਕਰਨ ਦੇ ਜੋ ਹੋਰ ਕਿੰਨੇ ਸਕੈਂਡਲਸ ਨੇ, ਹੋਰ ਕਿੰਨੀ ਜਗ੍ਹਾ ਚੀਜ਼ ਨੂੰ ਕੰਪੇਅਰ ਕਰਦਾ ਤੁਸੀਂ। ਜੇ ਹੁਣ ਜੇ ਮੈਨੂੰ ਵਿੱਚ ਮਾੜਾ ਮੋਟਾ ਦੇਵੋਗੇ ਟਾਈਮ ਬੋਲਣ ਨੂੰ ਫੇਰ ਹੀ ਮੈਂ ਆਪਣੀ ਗੱਲ ਦੱਸਾਂਗਾ ਨਾ। ਗੱਲ ਇਹ ਹੈ ਜਿਹੜਾ ਆਪਾਂ ਗੱਲ ਕਰਦੇ ਹਾਂ ਟੈਕਸ ਡਾਲਰ ਦੀ, ਜਿਹੜਾ ਟੈਕਸ ਦੇ ਡਾਲਰ ਦੀ ਗੱਲ ਕਰਦੇ ਆ, ਭਾਵੇਂ ਦੇਖੋ ਪਹਿਲੀ ਗੱਲ ਤਾਂ ਉਹਨਾਂ ਦਾ ਟਾਈਟਲ ਹੀ ਬਿਲਕੁਲ ਉਹਨਾਂ ਨੇ ਗਲਤ ਕੀਤਾ, ਸਪੈਸ਼ਲ ਅਸਿਸਟੈਂਟ। ਉਹ ਜਿਹੜਾ ਕਿਉਂਕਿ ਉਹ ਚਾਈਲਡ ਕੇਅਰ ਜਾਂ ਕੇਅਰ ਗਿਵਰ ਦਾ ਜਿਹੜਾ ਉਹਨੂੰ ਚੇਂਜ ਕਰਕੇ ਉਹਨਾਂ ਨੇ ਸਪੈਸ਼ਲ ਅਸਿਸਟੈਂਟ ਉਹਨਾਂ ਨੇ ਦੇਤਾ ਹੈ ਨਾ, ਤਾਂ ਕਿ ਉਹਨੂੰ ਹਾਈਡ ਕੀਤਾ ਜਾ ਸਕੇ। ਬਾਕੀ ਇਹ ਵੀ ਜਿਹੜੀ ਡਿਫੈਂਸ ਦੀ ਕ੍ਰਿਟਿਕ ਹੈ ਲੀਜ਼ਾ ਰਾਇਟ ਹੈ, ਸ਼ੀ ਵਾਜ਼ ਅ ਕੈਬਨਿਟ ਮਿਨਿਸਟਰ, ਸ਼ੀ ਆਲਸੋ ਸੈਡ ਯੈਸਟਰਡੇ ਵੀ ਮੈਂ ਸਿੰਗਲ ਮਦਰ ਹੈਗੀ ਆ, ਮੈਂ ਆਪਣੇ ਬੱਚਿਆਂ ਨੂੰ ਹੈਂਡਲ ਕਰਦੀ ਹਾਂ, ਮੈਂ ਆਪਣੀ ਪੇ ਦੇ ਵਿੱਚੋਂ ਪੇ ਕਰਦੀ ਹਾਂ। ਜਿਹੜੇ ਬਾਕੀ ਜਿਹੜੇ ਸਾਰੇ ਮੈਂਬਰ ਆਫ ਪਾਰਲੀਮੈਂਟ ਨੇ ਉਹ ਆਪਣੀ $1,67,000 ਜਿਹੜੀ ਪੇ ਆ ਉਹਦੇ ਵਿੱਚੋਂ ਆਪਣੇ ਬੱਚਿਆਂ ਨੂੰ ਲੁੱਕ ਆਫਟਰ ਕਰਦੇ ਆ। ਇਹਦਾ ਮਤਲਬ ਇਹ ਨਹੀਂ ਨਾ ਵੀ ਜਿਹੜਾ ਵੀ ਤੁਸੀਂ ਉਹਨੂੰ ਕਿਸੇ ਤਰੀਕੇ ਨਾਲ ਹਾਈਡ ਕਰਕੇ ਜਾਂ ਤੁਸੀਂ ਪਹਿਲਾਂ ਕਹਿੰਦੇ ਨਾ ਓਕੇ ਇਹ ਇਹਨਾਂ ਨੇ ਪਹਿਲਾਂ ਕਿਹਾ ਵੀ ਜਿਹੜੇ ਮੈਨੂੰ ਆਪਣੇ ਬੱਚਿਆਂ ਨੂੰ ਲੁੱਕ ਆਫਟਰ ਕਰਨ ਵਾਸਤੇ ਟੈਕਸ ਪੇਅਰ ਦੀ ਲੋੜ ਨਹੀਂ ਹੈ, ਕਿਉਂਕਿ ਹੀ ਇਜ਼ ਬੀਨ ਲੁਕਿੰਗ ਆਫਟਰ ਹਿਸ ਚਿਲਡਰਨ ਵਿਦਆਊਟ ਟੈਕਸ ਪੇਅਰਸ ਮਨੀ ਵੈਨ ਹੀ ਵਾਸ ਨਾਟ ਅ ਪ੍ਰਾਈਮ ਮਿਨਿਸਟਰ, ਵੈਨ ਹੀ ਵਾਸ ਅ ਮੈਂਬਰ ਆਫ ਪਾਰਲੀਮੈਂਟ। So ਯਾਨੀ ਹੁਣ ਇਹ ਹੈ ਵੀ ਦੇ ਕੈਨ ਫਲਾਈ ਦਿਸ ਅੰਡਰ ਦ ਰਾਡਾਰ, ਇਸ ਕਰਕੇ ਉਹਨਾਂ ਨੇ ਕਿਹਾ ਵੀ ਚਲੋ ਠੀਕ ਹੈ ਵੀ ਇਹ ਕਿਹੜਾ ਕਿਸੇ ਨੇ ਕੋਈ ਨੋਟਿਸ ਕਰਨਾ ਹੈਗਾ। ਤੇ ਇਹਦੇ ਵਿੱਚ ਹਲੇ ਹੋਰ ਵੀ ਗੱਲਾਂ ਕਈ ਆਉਣਗੀਆਂ। ਇਹਦੇ ਵਿੱਚ ਇੱਥੇ ਇਹ ਕਹਾਣੀ ਖਤਮ ਨਹੀਂ ਹੋਣੀ। ਮੇਰਾ ਖਿਆਲ ਹੈ ਵੀ ਇਹਦੇ ਵਿੱਚ ਇਹ ਕਾਫੀ ਇਹ ਜਿਹੜਾ ਮਾਮਲਾ ਹੈਗਾ ਇਹ ਤਾਂ ਫਾਈਂਡ ਆਊਟ ਵੀ ਕਿਵੇਂ ਹਾਇਰ ਕੀਤੇ ਹੈ, ਇਹਨਾਂ ਦੇ ਪੁਰਾਣੇ ਕੀ ਰਿਲੇਸ਼ਨਸ਼ਿਪ ਹੈ, ਇਹ ਹੌਲੀ ਹੌਲੀ ਇਹ ਜਿਹੜੀ ਹੋਣੀ ਜਿਹੜੀ ਇਨਫੋਰਮੇਸ਼ਨ ਬਾਹਰ ਆਈ ਜਾਏਗੀ ਤੇ ਮੇਰੇ ਖਿਆਲ ਇਹ ਥੋੜਾ ਜਿਹਾ ਕੰਪਲਿਕੇਟਡ ਹੋਏਗਾ, ਇਹਨਾਂ ਨੂੰ ਜਵਾਬ ਦੇਣਾ ਮੁਸ਼ਕਿਲ ਹੋਏਗਾ। PMO ਆਫਿਸ ਜਿਹੜਾ ਹੈਗਾ ਉਹ ਹਲੇ ਤੱਕ ਕੋਈ ਇਸ ਦਾ ਸਹੀ ਜਵਾਬ ਨਹੀਂ ਦੇ ਰਿਹਾ। ਉਹ ਵੀ ਰਿਪੋਰਟਰ ਨੇ ਪੁੱਛਿਆ ਉਦੋਂ ਪਹਿਲੀ ਵਾਰੀ ਜਦੋਂ ਇਹਨਾਂ ਨੇ ਸਹੁੰ ਚੁੱਕਣੀ ਸੀ ਉਦੋਂ ਉਹਨਾਂ ਨੂੰ ਪਤਾ ਲੱਗਿਆ, ਹੌਲੀ ਹੌਲੀ ਫਿਰ ਉਹਨਾਂ ਨੇ ਇਨਵੈਸਟੀਗੇਟ ਕੀਤਾ ਤਾਂ ਜਿਹੜੀਆਂ ਉਹ ਕੁੜੀਆਂ ਨੇ ਉਹ ਫੋਟੋ ਵਗੈਰਾ ਪਾ ਰਹੀਆਂ ਨੇ। ਆਈ ਥਿੰਕ ਜਿਹੜਾ ਇਹ ਪਹਿਲਾਂ ਕਹਿੰਦਾ ਨਾ ਵੀ ਹਾਂ ਵੀ ਮੈਨੂੰ ਲੋੜ ਨਹੀਂ ਹੈ, ਫੇਰ ਨਹੀਂ ਸੀ ਲੋਕਾਂ ਨੇ ਕੋਈ ਪ੍ਰੋਬਲਮ ਕਰਨੀ, ਕਿਉਂਕਿ ਮੇਰਾ ਖਿਆਲ ਹੈ ਵੀ ਜਸਟਿਨ ਟਰੂਡੋ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਫਾਦਰ ਸੀਗੇ ਉਹਨਾਂ ਦੇ ਵਾਸਤੇ ਵੀ ਇਹਨਾਂ ਦੇ ਆਪ ਵੀ ਉਸ ਪਹਿਲਾਂ ਉਸ ਹਾਲਾਤ 'ਚ ਰਹੇ ਨੇ, ਇਹਨਾਂ ਨੂੰ ਵੀ ਨੈਨੀ ਨੇ ਉੱਥੇ ਲੁੱਕ ਆਫਟਰ ਕੀਤਾ 3-4 ਸਾਲ। ਸੋ ਜਿਹੜਾ ਸਟੀਵਨ ਹਾਰਪਰ ਸੀਗਾ ਉਹਨਾਂ ਨੇ ਠੀਕ ਹੈ ਉਹਨਾਂ ਦੀ ਜਿਹੜੀ ਵਾਈਫ ਸੀ ਉਹਨਾਂ ਨੇ ਆਪਣਾ ਕੈਰੀਅਰ ਛੱਡਤਾ ਸੀਗਾ, ਕੈਰੀਅਰ ਛੱਡਣ ਤੋਂ ਬਾਅਦ ਉਹਨਾਂ ਨੇ ਆਪਣੇ ਬੱਚਿਆਂ ਦਾ ਲੰਚ ਵੀ ਆਪ ਉਹਨਾਂ ਨੂੰ ਬਣਾ ਕੇ ਦਿੰਦੇ ਰਹੇ ਆ। ਤੇ ਇਹ ਕੋਈ ਪਹਿਲੀ ਵਾਰੀ ਨਹੀਂ ਇਸ ਤਰ੍ਹਾਂ ਹੋਇਆ ਜਿਹੜੇ ਵੀ ਪ੍ਰਾਈਮ ਮਿਨਿਸਟਰ ਜਿਹੜਾ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਆਇਆ ਹੋਵੇ ਤੇ ਅਲੱਗ-ਅਲੱਗ ਤਰੀਕੇ ਨਾਲ। ਇਹ ਥੋੜਾ ਰਿਫਲੈਕਟ ਕਰਦਾ ਵੀ ਹਾਊ ਯੂ ਆਰ ਟ੍ਰੀਟਿੰਗ ਦ ਟੈਕਸ ਪੇਅਰਸ ਡਾਲਰ। ਤੁਹਾਡੇ ਵਾਸਤੇ ਤੁਸੀਂ ਹੋ ਸਕਦਾ ਕਹਿੰਦੇ ਵੀ ਇਹ ਤਾਂ ਕੋਈ ਛੋਟੀ ਜਿਹੀ ਗੱਲ ਆ, ਪਰ ਆਈ ਥਿੰਕ ਵੀ ਆਰ ਟਾਕਿੰਗ ਅਬਾਊਟ $500-600 ਅ ਡੇ, ਹੈ ਨਾ। ਓਕੇ ਦੇਖੋ ਹਰਜੀਤ ਜੀ ਤੁਸੀਂ 3-4 ਪੁਆਇੰਟ ਰੇਜ਼ ਕੀਤੇ। ਇੱਕ ਮਿੰਟ ਸੰਦੀਪ ਸਿੰਘ ਜੀ, ਇੱਕ ਮਿੰਟ ਜਿਵੇਂ ਕਿ ਤੁਸੀਂ ਇਹ ਗੱਲ ਇੱਕ ਮਿੰਟ ਭਾਜੀ ਇੱਕ ਮਿੰਟ ਜੀ ਹਰਪ੍ਰੀਤ ਜੀ ਇੱਕ ਮਿੰਟ, ਜਿਵੇਂ ਕਿ ਤੁਸੀਂ ਇਹ ਗੱਲ ਕਹਿਣਾ ਚਾਹ ਰਹੇ ਹੋ ਕਿ ਟਰੂਡੋ ਸਰਕਾਰ ਨੇ
ਕੈਨੇਡਾ ਦੀ ਜਨਤਾ ਨਾਲ ਇੱਕ ਤਰੀਕੇ ਦੇ ਨਾਲ ਟੈਕਸ ਪੇਇਜ਼ ਦੇ ਨਾਲ ਧੋਖਾ ਕੀਤਾ ਆ। ਕੀ ਇਹ ਗੱਲ ਕੁਛ ਹੱਦ ਤੱਕ ਸਹੀ ਹੈ? ਤੁਹਾਡੀ ਗੱਲਾਂ ਤੋਂ ਮੈਨੂੰ ਇਹ ਲੱਗਿਆ। ਨਹੀਂ ਬਿਲਕੁਲ ਸੰਦੀਪ ਜੀ, ਤੁਸੀਂ ਬਹੁਤ ਜਲਦੀ ਸਮਰੀ ਕਰ ਰਹੇ ਜੋ। ਤੁਸੀਂ ਬਹੁਤ ਜਲਦੀ 4 ਨਵੰਬਰ ਨੂੰ ਟਰੂਡੋ ਸਰਕਾਰ ਪਾਵਰ ਚ ਆਈ ਸੀ। ਤੁਸੀਂ 2 ਦਸੰਬਰ ਨੂੰ ਇੱਕ ਕੁਐਸਚਨ 1 ਦਸੰਬਰ ਨੂੰ ਸੌਰੀ ਅੱਜ ਇਹ ਕੁਐਸਚਨ ਕਰ ਰਹੇ ਜੋ, ਸੌਰੀ 2 ਦਸੰਬਰ ਨੂੰ ਇੱਕ ਕੁਐਸਚਨ ਕਰ ਰਹੇ ਜੀ ਕਿ ਟੈਕਸ ਪੇਅਰ ਦੀ ਮਨੀ ਨਾਲ ਧੋਖਾ ਕੀਤਾ ਹੈ। ਤੁਸੀਂ ਹਰਜੀਤ ਜੀ ਨੇ 4 ਪੁਆਇੰਟ ਹੁਣੇ ਕਵਰ ਕੀਤੇ ਨੇ, ਜਿਹੜੇ ਲਾਸਟ ਹਰਜੀਤ ਜੀ ਨੇ ਕਮੈਂਟ ਕੀਤਾ ਸੀ, ਮੈਂ ਚਾਰੇ ਨੋਟ ਕੀਤੇ ਨੇ। ਮੈਂ ਚਾਰਾਂ ਤੇ ਕਮੈਂਟ ਦੇਣ ਨੂੰ ਤਿਆਰ ਹਾਂ। ਕ੍ਰਿਟਿਕ ਦੀ ਗੱਲ ਕੀਤੀ ਤੁਸੀਂ ਲੀਜ਼ਾ ਹਰਜੀਤ ਜੀ, ਤੁਸੀਂ ਕ੍ਰਿਟਿਕ ਦੀ ਗੱਲ ਕੀਤੀ ਲੀਜ਼ਾ ਰੇਟ ਦੀ, ਰਾਈਟ? ਇਹ ਤੇ ਆਪ ਵਿਚਾਰੇ ਸਕੈਂਡਲਸ ਨੇ, ਇਹਨਾਂ ਤੇ ਆਪ ਯੂਜ਼ ਕੀਤੇ ਨੇ। ਤੁਸੀਂ ਜੇ ਉਹ ਟੈਕਸ ਪੇਅਰ ਦੀ ਗੱਲ ਕਰਦੇ ਜੋ, ਪਹਿਲਾਂ ਲੀਜ਼ਾ ਰੇਟ ਨੂੰ ਇਹ ਤੇ ਕਹੋ ਕਿ ਤੁਸੀਂ ਆਪਣੀ ਸਫਾਈਆਂ ਤੇ ਦਿਓ। ਇਹ ਇੱਕ ਪਾਵਰ ਚ ਹੋਣ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਫੰਡ ਰੇਜ਼ਿੰਗ ਵਾਸਤੇ ਜੋ ਇਹਨਾਂ ਨੇ ਈਮੇਲਸ ਕੀਤੀਆਂ ਨੇ, ਉਹ ਸਾਰਾ ਕੁਝ ਆਫਿਸ ਦਾ ਇਕਵਿਪਮੈਂਟ ਯੂਜ਼ ਕਰਦੇ ਰਹੇ ਨੇ। I don't think ਕਿ she can ask। ਜੇ ਤਾਂ ਹੁਣ ਤੁਸੀਂ ਸਾਰੀ ਜਿਹੜੀ ਡਿਬੇਟ ਖੋਲਣੀ ਹੈ ਫਿਰ ਤਾਂ ਉਹ ਗੱਲ ਵੱਖਰੀ ਹੈ। ਨਹੀਂ, ਪਰ ਤੁਸੀਂ ਦੇਖੋ, ਤੁਸੀਂ ਲੀਜ਼ਾ ਰੇਟ ਦਾ ਨਾਮ ਲਿਆ। ਮੈਂ ਤੁਹਾਨੂੰ ਉਸੇ ਵੇਲੇ ਕਹਿਤਾ ਦੂਜੇ ਬੰਦੇ ਦੀ ਗਲਤੀ ਨਾਲ ਸਹੀ ਨਹੀਂ ਕੀਤਾ ਜਾ ਸਕਦਾ। ਨਾਮ ਲਿਆ, ਪਰ ਮੈਂ ਉਹਨਾਂ ਦੇ ਆਪਣੇ ਜਿਹੜੀ ਚਾਈਲਡ ਕੇਅਰ ਜਿਹੜੇ ਆਪਦੇ ਓਕੇ, ਮੈਂ ਤੁਹਾਨੂੰ ਜੀ ਤਿੰਨੇ ਜਿਹੜੇ ਤੁਹਾਡੇ ਸਾਰੇ ਪੁਆਇੰਟ ਹੈ ਨਾ, ਮੈਂ ਸਾਰੇ ਪੁਆਇੰਟ ਤੇ ਤੁਹਾਨੂੰ ਜਵਾਬ ਦੇਣ ਲੱਗਾ। ਤੁਸੀਂ ਪਹਿਲੀ ਗੱਲ ਕੀਤੀ ਕਿ ਉਹਨਾਂ ਨੂੰ ਸਪੈਸ਼ਲ ਅਸਿਸਟੈਂਟ ਦਾ, ਤੁਸੀਂ ਪੁਆਇੰਟ ਜਿਹੜੇ ਮਰਜ਼ੀ ਦੋ, ਪਰ ਇਟ ਸ਼ੁੱਡ ਬੀ ਪਰਟੇਨਿੰਗ ਟੂ ਦ ਚਾਈਲਡ ਕੇਅਰ। ਦੈਟਸ ਇਟ। ਆਪਣੇ ਬੱਚਿਆਂ ਦੀ ਜਿਹੜੀ ਲੁੱਕ ਆਫਟਰ ਕਰਨ ਵਾਸਤੇ ਹੋਣੇ ਚਾਹੀਦੇ। ਓਕੇ ਆਈ ਐਗਰੀ। ਲੈਟ ਮੀ ਕਹਿੰਦਾ ਸੀ ਉਹਨਾਂ ਨੇ ਪਹਿਲਾਂ ਕਿਹਾ ਸੀ ਵੀ ਟੈਕਸ ਪੇਅਰ ਦਾ ਜਿਹੜਾ ਪੈਸਾ ਮੈਨੂੰ ਆਪਣੇ ਬੱਚਿਆਂ ਦੇ ਲੁੱਕ ਆਫਟਰ ਕਰਨ ਵਾਸਤੇ ਲੋੜ ਨਹੀਂ ਹੈ, ਤੇ ਮੈਂ ਉਹ ਹੁਣ ਯੂਜ਼ ਕਰ ਰਿਹਾ। ਉਹ ਜਵਾਬ। ਓਕੇ ਆਈ ਐਗਰੀ। ਓਕੇ, ਦੂਜਾ ਤੁਸੀਂ ਕਿਹਾ ਕਿ ਜਿਹੜੇ ਉਹਨਾਂ ਨੂੰ ਪੋਸਟ ਜਿਹੜੀ ਹਾਇਰ ਕੀਤਾ ਗਿਆ ਸਪੈਸ਼ਲ ਅਸਿਸਟੈਂਟ ਤੇ ਹਾਇਰ ਕੀਤਾ ਗਿਆ ਵਾ। ਨੰਬਰ 1 ਥਿੰਗ, ਅਜੇ ਤੱਕ ਉਹਨਾਂ ਦੀ ਜੌਬ ਡਿਸਕ੍ਰਿਪਸ਼ਨ ਕੇ ਕੋਲ ਨਹੀਂ ਹੈਗੀ। ਆਈ ਡੋਂਟ ਥਿੰਕ ਕਿ ਅਜੇ ਅਸੀਂ ਹੁਣ ਕੁਐਸਚਨ ਉਸ ਜੌਬ ਡਿਸਕ੍ਰਿਪਸ਼ਨ ਤੇ ਜਾਂ ਜੌਬ ਪ੍ਰੋਫਾਈਲ ਤੇ ਕੁਐਸਚਨ ਰੇਜ਼ ਕਰ ਸਕਦੇ ਆ। ਨੰਬਰ 2 ਥਿੰਗਸ, ਹਰਜੀਤ ਜੀ ਤੁਸੀਂ ਇਹ ਕਿਹਾ ਸਾਰੇ ਪਾਰਲੀਮੈਂਟਸ ਨੇ ਉਹ ਆਪਣੇ ਬੱਚੇ ਦੀ ਲੁੱਕ ਆਫਟਰ ਆਪ ਕਰਦੇ ਨੇ। ਆਈ ਟੋਟਲੀ ਐਗਰੀ ਵਿਥ ਯੂ। ਸਾਰੇ ਪਾਰਲੀਮੈਂਟਸ ਨੇ, ਜਿੰਨੇ ਵੀ ਮੈਂਬਰ ਨੇ ਪਾਰਲੀਮੈਂਟ ਦੇ, ਸਾਰੇ ਆਪਣੇ ਬੱਚਿਆਂ ਦੀ ਦੇਖਭਾਲ ਆਪ ਕਰਦੇ ਨੇ। ਪਰ ਕੀ ਕੋਈ ਪਾਰਲੀਮੈਂਟ ਮੈਂਬਰ ਤੇ ਓਬਲੀਗੇਸ਼ਨ ਹੈਗੀ ਆ ਕਿ ਤੁਸੀਂ ਆਪਣੀ ਵਾਈਫ ਨੂੰ ਵੀ ਉੱਥੇ ਲੈ ਕੇ ਜਾਣਾ ਹੈ ਜਾਂ ਤੁਸੀਂ ਆਪਣੇ ਹਸਬੈਂਡ ਨੂੰ ਵੀ ਲੈ ਕੇ ਜਾਣਾ ਹੈ? ਆਨਸਰ ਇਜ਼ ਨੋ। ਪ੍ਰਾਈਮ ਮਿਨਿਸਟਰ ਦੇ ਉੱਤੇ ਨਹੀਂ, ਬਿਲਕੁਲ ਹੈਗੀ ਆ। ਨੋ ਪ੍ਰਾਈਮ ਮਿਨਿਸਟਰ, ਨੋ ਹਰਜੀਤ ਜੀ ਇੱਕ ਮਿੰਟ, ਲੈਟ ਮੀ ਫਿਨਿਸ਼। ਐਜ਼ ਅ ਪ੍ਰਾਈਮ ਮਿਨਿਸਟਰ ਕਈ ਜਦੋਂ ਉਹਨਾਂ ਨੂੰ ਕਿਤੇ ਜਾਣਾ ਪੈਂਦਾ ਹੈ, ਸੋ ਮੈਨੀ ਪਲੇਸਸ ਹਿਸ ਵਾਈਫ ਹੈਜ਼ ਟੂ ਗੋ ਵਿਦ ਹਿਮ, ਸੋ ਮੈਨੀ ਆਫੀਸ਼ੀਅਲ ਪਾਰਟੀਜ਼। ਨੋ, 1 ਸੈਕਿੰਡ ਹਰਜੀਤ ਜੀ, ਨੋ ਯੂ ਕੈਨ ਨਾਟ ਸੇ ਨੋ। ਸੋ ਮੈਨੀ ਆਫੀਸ਼ੀਅਲ ਪਾਰਟੀਜ਼, ਸੋ ਮੈਨੀ ਆਫੀਸਰ ਸਪੀਚਸ। ਬੇਸਿਕਲੀ ਜਦੋਂ ਤੁਸੀਂ ਪ੍ਰਾਈਮ ਮਿਨਿਸਟਰ ਬਣਦੇ ਜੋ, ਤੁਹਾਡੀ ਵਾਈਫ ਦੀ ਇਨਵੋਲਵਮੈਂਟ ਨਾਲ ਹੁੰਦੀ ਆ, ਤੁਸੀਂ ਚਾਹੇ ਇੱਥੇ ਮੰਨੋ ਜਾਂ ਨਾ ਮੰਨੋ। ਓਕੇ ਓਕੇ 1 ਸੈਕਿੰਡ, ਤੁਹਾਡੇ ਨਾਲ ਮੰਨ ਵੀ ਜਾਵਾਂ। ਮੇਰਾ 1 ਸੈਕਿੰਡ, ਮੈਂ ਅਗਰ ਹਰਪ੍ਰੀਤ ਜੀ ਤੁਹਾਡੀ ਇਸ ਗੱਲ ਨੂੰ ਮੰਨ ਵੀ ਲਵਾਂ, ਤੇ ਜਿਹੜੇ ਇਹਨਾਂ ਦਾ ਪੈਰਿਸ ਦਾ ਟ੍ਰਿਪ ਸੀਗਾ, ਉਸ ਦੇ ਵਿੱਚ ਕੀ ਬੱਚਿਆਂ ਨੂੰ ਲੈ ਕੇ ਜਾਣਾ ਵੀ ਇੱਕ ਆਬਲੀਗੇਸ਼ਨ ਸੀਗੀ? ਦੇਖੋ, ਜਿਹੜੀ ਪੈਰਿਸ ਦਾ ਟ੍ਰਿਪ ਸੀ, ਤੁਸੀਂ ਕਹਿ ਰਹੇ ਜੋ ਬੱਚਿਆਂ ਨੂੰ ਲੈ ਕੇ ਜਾਣਾ ਆਬਲੀਗੇਸ਼ਨ ਸੀ, ਦੈਟ ਟੋਟਲੀ ਡਿਪੈਂਡ। ਕੀ ਬੱਚਿਆਂ ਨੂੰ ਲੈ ਕੇ ਜਾਣ ਨਾਲ ਕੈਨੇਡੀਅਨ ਟੈਕਸ ਪੇਅਰ ਦੇ ਪੈਸੇ ਜ਼ਿਆਦਾ ਕਾਸਟ ਹੋਏ ਨੇ? ਕੀ ਤੁਸੀਂ ਪੈਰਿਸ ਇੱਕ ਮਿੰਟ ਲੈਟ ਮੀ ਫਿਨਿਸ਼। ਨੋ ਯੂ ਹੈਵ ਟੂ ਲੈਟ ਮੀ ਫਿਨਿਸ਼ 1 ਸੈਕਿੰਡ। ਸੰਦੀਪ ਸਿੰਘ ਜੀ ਤੁਹਾਡੇ ਵਾਸਤੇ ਕੁਐਸਚਨ ਆ। ਸੰਦੀਪ ਸਿੰਘ ਜੀ ਤੁਹਾਡੇ ਵਾਸਤੇ ਕੁਐਸਚਨ ਆ। ਮੇਰਾ ਦੋਵਾਂ ਦਾ ਤੁਹਾਡੇ ਵਾਸਤੇ ਕੁਐਸਚਨ ਆ। ਪੈਰਿਸ ਕਾਨਫਰੰਸ ਵਿੱਚ ਤੁਸੀਂ ਇੱਥੇ ਕਨਸੈਂਟਰੇਟ ਕਰ ਰਹੇ ਹੋ, ਤੁਸੀਂ ਜੋ ਪੈਰਿਸ ਕਾਨਫਰੰਸ ਵਿੱਚ ਹੋ ਰਿਹਾ ਵਾ, ਜੋ ਕੈਨੇਡਾ ਦਾ ਉੱਥੇ ਰੋਲ ਪ੍ਰੈਜ਼ੈਂਟ ਕਰ ਰਹੇ ਨੇ ਜਸਟਿਨ ਟਰੂਡੋ ਜੀ, ਤੁਸੀਂ ਉੱਤੇ ਨਹੀਂ ਤੁਹਾਨੂੰ ਕਨਸੈਂਟਰੇਟ ਕਰਨਾ ਚਾਹੀਦਾ? ਨਹੀਂ, ਉਹ ਇੱਕ ਡਿਫਰੈਂਟ ਮੁੱਦਾ। ਨਹੀਂ, ਇਟਸ ਆਲ ਸੇਮ ਮੁੱਦਾ, ਇਟਸ ਆਲ ਸੇਮ ਮੁੱਦਾ। ਐਬਸੋਲੂਟਲੀ ਨਾਟ। ਨੋ ਬਿਲਕੁਲ। ਜਿਹੜੀ ਉੱਥੇ ਕਾਨਫਰੰਸ ਹੋ ਰਹੀ ਆ, ਦਾ ਵੇ ਜਸਟਿਨ ਟਰੂਡੋ ਜੀ ਇਜ਼ ਰਿਪਰੈਜ਼ੈਂਟਿੰਗ ਕੈਨੇਡਾ, ਮੈਨੂੰ ਲੱਗਦਾ ਤੁਹਾਨੂੰ ਉੱਤੇ ਫੋਕਸ ਕਰਨਾ ਚਾਹੀਦਾ ਇੰਸਟੈਡ ਆਫ ਕਿ ਤੁਸੀਂ ਬੱਚਿਆਂ ਨੂੰ ਕਿਉਂ ਲੈ ਕੇ ਗਏ ਜੋ ਪ੍ਰਾਈਮ ਮਿਨਿਸਟਰ ਆਫ ਕੈਨੇਡਾ। ਤੁਸੀਂ ਗੱਲ ਐਕਸਪੈਂਸਿਵ ਵੀ ਕਰ ਰਹੇ ਹਾਂ, ਜਿਹੜੀ ਬੱਚਿਆਂ ਉੱਤੇ ਐਕਸਪੈਂਸ ਆਉਂਦੇ ਨੇ ਇੱਕ ਚਾਈਲਡ ਕੇਅਰ ਕਰਨ ਵਾਸਤੇ, ਉਹ ਵੀ ਅਸੀਂ ਗੱਲ ਕਰ ਰਹੇ ਹਾਂ। ਪਰ ਹਰਜੀਤ ਜੀ ਪ੍ਰਾਈਮ ਮਿਨਿਸਟਰ ਵਾਸਤੇ ਆਲਰੇਡੀ ਅਲੋਟਡ ਫੰਡ ਹੁੰਦਾ ਵਾ। ਉਹ ਇਹ ਤੇ ਨਹੀਂ ਹੋਇਆ ਕਿ ਓਵਰ ਫੰਡਡ ਹੋ ਗਏ ਨੇ। ਅਜੇ ਤੱਕ ਤੇ ਕੋਈ ਕੁਐਸਚਨ ਹੀ ਨਹੀਂ ਕਰ ਸਕਦਾ ਜਸਟਿਨ ਟਰੂਡੋ ਜੀ ਓਵਰ ਫੰਡਡ। ਪ੍ਰਾਈਮ ਮਿਨਿਸਟਰ ਵਾਸਤੇ ਆਲਰੇਡੀ ਅਲੋਟਡ ਫੰਡ ਹੁੰਦਾ ਵਾ। ਜੇ ਤੁਹਾਡੀ ਗੱਲ ਤੁਸੀਂ ਦੱਸਿਆ ਨਾ ਵੀ ਕੋਈ ਹਲੇ ਉਹਨਾਂ ਦਾ ਕੋਈ ਜਿਹੜਾ ਟਾਈਟਲ ਨਹੀਂ ਹੈ, ਜਿਹੜਾ the order in council, the official notification of decision recommended by the federal governments are number, ਉਹਨਾਂ ਨੂੰ ਨੰਬਰ ਵੀ ਦਿੱਤਾ ਹੈ 2015-1264, 2015-1262 and set out that pursuant to the subsection of 7.1 of the Official Residence Act,
two individuals were appointed last week as a special assistant at the Prime Minister's No, I agree, residence. ਬਿਲਕੁਲ So, ਸਹੀ। ਹੋਇਆ ਪਰ ਇੱਥੇ ਤੁਸੀਂ ਜੌਬ ਡਿਸਕ੍ਰਿਪਸ਼ਨ ਤੇ ਕੁਐਸਚਨ ਕਰ ਰਹੇ ਹੋ। ਜੋ ਮੈਂ ਤੁਹਾਨੂੰ ਇਹ ਕਿਹਾ ਸੀ ਕਿ ਉਹਨਾਂ ਦੀ ਜੌਬ ਡਿਸਕ੍ਰਿਪਸ਼ਨ ਜੋ ਉਹਨਾਂ ਦੀ ਜੌਬ ਡਿਊਟੀਜ਼ ਆ ਅਜੇ ਤੱਕ ਕੇ ਮੀਡੀਆ ਕੋਲ ਨਹੀਂ ਆ। ਅਸੀਂ ਜੇ ਉਹਨਾਂ ਦੀ ਜੌਬ ਜੋ ਉਹਨਾਂ ਨੂੰ ਨਾ ਦਿੱਤਾ ਗਿਆ ਉਹ ਉੱਤੇ ਕੁਐਸਚਨ ਨਹੀਂ ਕਰ ਨਹੀਂ, ਸਕਦੇ ਉਹਨਾਂ ਨੇ- ਅਨਲੈਸ ਜੋਨ ਤੁਹਾਡੇ ਕੋਲ ਉਹਨਾਂ ਦੀ ਜੌਬ ਡਿਸਕ੍ਰਿਪਸ਼ਨਸ ਨਾ ਹੋਣ, ਜੌਬ ਡਿਟੇਲਸ, ਜੌਬ ਡਿਊਟੀਜ਼ ਨਾ ਉਹਨਾਂ ਹੋਣ। ਨੇ ਜੌਬ ਡਿਸਕ੍ਰਿਪਸ਼ਨ ਉਹਨਾਂ ਨੇ ਦੱਸਿਆ ਪੀਐਮ ਆਫਿਸ ਨੇ ਇਟ ਐਕਸਟੈਂਡਸ ਟੂ ਦ ਚਾਈਲਡ ਕੇਅਰ ਇਟ ਐਕਸਟੈਂਡ ਟੂ ਦ ਕੇਅਰ ਗਿਵਰ ਆਲਸੋ Okay, that means it's extends to, it's not ਉਹਨਾਂ ਨੇ ਡੈਡੀਕੇਟਿਡ ਚਾਈਲਡ ਕੇਅਰ ਵਾਸਤੇ ਉਹਨਾਂ ਨੇ ਐਕਸਟੈਂਡ ਵਰਡ ਯੂਜ਼ ਕੀਤਾ ਵਾ ਉੱਥੇ। ਰਾਈਟ, ਜਿੱਦਾਂ ਆਈ ਕੈਨ ਸੇ ਕਿ ਮੈਂ ਸੈਕਟਰੀ ਹਾਇਰ ਕੀਤੀ ਆ ਬਟ ਉਹਦੀ ਜੌਬ ਇਹ ਵੀ ਆ ਕਿ ਉਹ ਸ਼ਾਇਦ ਮੇਲਿੰਗ ਵੀ ਵੇਖੂਗੀ ਜਾਂ ਆਰਡਰ ਡੈਸਕ ਵੀ ਵੇਖੂਗੀ। ਉਹਨਾਂ ਨੇ ਸਿਰਫ ਇਹ ਨਹੀਂ ਦੇਖੋ ਆਪਣਾ ਇਹ ਤਾਂ ਬੜਾ ਬੇਸਿਕ ਇਹਦੇ ਵਿੱਚ ਤਾਂ ਕੋਈ ਡਿਬੇਟ ਵਾਲੀ ਗੱਲ ਨਹੀਂ ਹੈ। ਉਹਨਾਂ ਨੇ ਦੇਖੋ ਪਹਿਲਾਂ ਜਿਹੜੀ ਮੈਂ ਗੱਲ ਕਹਿਣਾ ਵੀ ਮੈਂ ਆਹ ਨਹੀਂ ਕਰੂੰਗਾ ਮੁੜ ਕੇ ਬਣਨ ਤੋਂ ਬਾਅਦ ਉਹ ਮੈਂ ਉਹ ਗੱਲ ਕਰਦਾ ਉਹ this is basically you are deceiving the people, you know, so you are basically lie to the people. ਓਕੇ ਮੈਂ ਆਪਣੀ ਗੱਲ ਤੇ ਅਜੇ ਵੀ ਸਟੈਂਡ ਕਰਦਾ ਹਾਂ ਜੀ ਆਈ ਸਟਿਲ ਡੋਂਟ ਥਿੰਕ ਕਿ ਹੀ ਲਾਈ ਟੂ ਦਾ ਪੀਪਲ। ਜੋ ਉਹਨਾਂ ਨੇ ਗੱਲ ਕੀਤੀ ਸੀ UCCB ਦੀ ਉਹ ਟੋਟਲੀ ਡਿਫਰੈਂਟ ਆ, ਉਹਨੂੰ ਇਸ ਗੱਲ ਨਾਲ ਮਿਕਸ ਕਰਕੇ ਦੇਖਿਆ ਜਾ ਰਿਹਾ ਵਾ। ਜੇ ਮੋਰ ਕਨਸੈਂਟਰੇਟ ਕਰਨਾ ਚਾਹੀਦਾ ਵਾ, ਸਾਨੂੰ ਇਹ ਕਨਸੈਂਟਰੇਟ ਕਰਨਾ ਚਾਹੀਦਾ ਕਿ ਜੇ ਜਸਟਿਨ ਟਰੂਡੋ ਜੀ ਇਮਾਨਦਾਰੀ ਨਾਲ 4 ਸਾਲ ਸਰਕਾਰ ਚਲਾਉਂਦੇ ਨੇ, ਹੋਰ ਬਹੁਤ ਜਿਹੇ ਵੱਡੇ ਇਸ਼ੂ ਨੇ ਜੇ ਜਸਟਿਨ ਟਰੂਡੋ ਜੀ ਉੱਥੇ ਸਹੀ ਆਪਣੇ ਖੜੇ ਹੁੰਦੇ ਨੇ ਜੋ ਵਾਅਦੇ ਕੀਤੇ ਸੀ। ਜੇ that I agree that ਜਿਹੜਾ 4 ਸਾਲਾਂ ਬਾਅਦ ਇਹ ਇਸ਼ੂ ਕੋਈ ਮੇਨ ਇਸ਼ੂ ਨਹੀਂ ਰਹਿਣਾ, ਇਹਦੇ ਉੱਤੇ ਕੋਈ ਹਾਰ ਅਤੇ ਕੋਈ ਜਿੱਤ ਨਹੀਂ ਹੈ, ਪਰ ਇਟਸ ਏ trend setter, you know. It basically reminds people that how the Liberal Party feels entitled, you know. ਇਹਨਾਂ ਦਾ ਜਿਹੜਾ the main ਜਿਹੜੀ ਇਹਨਾਂ ਦੇ opposition ਵਾਲੇ ਨੇ ਜਿਹੜੇ conservative ਵਾਲੇ ਨੇ they actually categorize them as they always feel they're entitled to run the country, they're entitled to the taxpayers money, their entitlement ਜਿਹੜਾ ਹੈਗੀ ਨਾ ਉਹ ਉੱਭਰ ਕੇ ਮੂਹਰੇ ਆਉਂਦੀ ਆ। ਉਹ ਇਸ ਕਰਕੇ ਲੋਕਾਂ ਨੂੰ ਉਸ ਜਿਹੜਾ ਟ੍ਰੈਂਡ ਤੋਂ ਖਤਰਾ ਹੈਗਾ ਵੀ ਇੱਕ ਦਾ ਇੱਕ ਉਹੀ ਸੇਮ ਟ੍ਰੈਂਡ ਨਾ ਕਿਤੇ ਰੱਖਣ ਵੀ ਜਿਹੜਾ ਇਹਨਾਂ ਨੇ ਵਾਅਦੇ ਕੀਤੇ ਹੋਏ ਸੀਗੇ ਤੇ ਉਹ ਉਹਨਾਂ ਨੂੰ ਮੁਕਰ ਕੇ ਤੇ ਇਹ ਆਪਣੇ ਜਿਹੜੇ ਪੈਸੇ ਆ ਉਹ ਆਪਣੇ ਕੰਮ ਵਾਸਤੇ ਜਾਂ ਆਪਣੇ ਬੰਦਿਆਂ ਵਾਸਤੇ ਯੂਜ਼ ਕਰਨ ਲੱਗ ਜਾਣ। ਦੈਟਸ ਦ ਮੇਨ ਥਿੰਗ। ਪਰ ਮੈਂ ਇੱਥੇ ਹਰਜੀਤ ਜੀ ਤੁਹਾਨੂੰ ਇਹ ਵੀ ਥੋੜੇ ਦਿਨ ਪਹਿਲਾਂ ਆਪਾਂ ਡਿਬੇਟ ਕੀਤੀ ਸੀ, ਮੈਂ ਤੇ ਤੁਸੀਂ ਉਦਨ ਵੀ ਹੌਟ ਸੀਟ ਤੇ ਬੈਠੇ ਸੀ ਤੇ ਉਦਨ ਵੀ ਆਪਾਂ ਸੀਰੀਅਨ ਰਿਫਿਊਜੀ ਦੀ ਗੱਲ ਕੀਤੀ ਸੀ, ਲਿਬਰਲ ਦੇ ਕੀਤੇ ਹੋਏ ਵਾਅਦੇ ਦੀ ਗੱਲ ਕੀਤੀ ਸੀ। ਪਰ ਉਦੋਂ ਤੁਸੀਂ ਵੀ ਤੇ ਮੈਂ ਵੀ ਤੇ ਸਾਡੇ ਨਾਲ ਜਿਹੜੇ ਹੋਰ ਗੈਸਟ ਮੌਜੂਦ ਸੀ ਸਾਰੇ ਇਸ ਗੱਲ ਤੇ ਐਗਰੀ ਕਰਦੇ ਸੀ ਕਿ ਜੇ ਕੈਨੇਡੀਅਨ ਦੀ ਸਿਕਿਉਰਿਟੀ ਦਾ ਇਸ਼ੂ ਹੁੰਦਾ ਵਾ ਤੇ ਜਸਟਿਨ ਟਰੂਡੋ ਜੀ ਨੂੰ ਜਿਹੜਾ ਇਹ ਵਾਅਦਾ ਵਾ ਦਸੰਬਰ ਦੇ ਐਂਡ ਤੱਕ ਲਿਆਉਂਦਾ ਇਹ ਐਕਸਟੈਂਡ ਕਰ ਦੇਣਾ ਚਾਹੀਦਾ ਹੈ। ਤੇ ਦੇਖੋ ਐਗਜ਼ੈਕਟਲੀ ਉਹੀ ਹੋਇਆ। ਬਿਲਕੁਲ। And he did that because ਉਹਨਾਂ ਇੱਕ ਕੰਮ ਕੀਤਾ because ਉਹ ਕਿਤੇ ਨਾ ਕਿਤੇ ਇਸ਼ੂ ਲੱਗ ਰਿਹਾ ਸੀ and he did that। ਤੇ ਮੇਰੇ ਖਿਆਲ ਜਸਟਿਨ ਟਰੂਡੋ ਜੀ is a too early ਨਹੀਂ ਤੇ ਉਹ ਸਾਨੂੰ ਤਾਂ ਪਤਾ ਸੀ ਨਾ ਵੀ ਇਹ ਹੋਣਾ ਨਹੀਂ ਹੈ ਕਿਉਂਕਿ ਜਿਹੜੇ ਬੰਦੇ ਆਲਰੇਡੀ ਗਵਰਨਮੈਂਟ 'ਚ ਸੀਗੇ ਉਹਨਾਂ ਨੂੰ ਪਤਾ ਸੀਗਾ ਵੀ ਇਹ ਚੀਜ਼ ਹੋਣੀ ਨਹੀਂ ਗੀ, ਇਹ ਵੀ ਉਹ ਵਾਅਦਾ ਕਰ ਚੁੱਕੇ ਸੀਗੇ। ਇਸ ਕਰਕੇ ਉਹ ਉਹਦੇ ਉੱਤੇ ਖੜੇ ਰਹੇ ਉਹਨਾਂ ਚਿਰ ਜਿੰਨਾ ਚਿਰ ਉਹਨਾਂ ਨੂੰ ਬਿਲਕੁਲ ਐਗਜ਼ੈਕਟਲੀ ਨਹੀਂ ਪਤਾ ਲੱਗਿਆ ਵੀ ਹਾਂ ਨਹੀਂ ਹੋਣਾ ਉਹ ਇਹ ਮੰਨ ਗਏ। ਆਈ ਥਿੰਕ ਦੈਟਸ ਗੁੱਡ ਸਟੈਪ। ਕੋਈ ਕੈਨੇਡਾ ਵਿੱਚ ਮੇਰਾ ਖਿਆਲ ਮੈਂ ਇੰਨੇ ਬੰਦਿਆਂ ਨਾਲ ਗੱਲਬਾਤ ਕਰਦਾ ਕੋਈ ਬੰਦਾ ਐਸਾ ਨਹੀਂ ਕਹਿੰਦਾ ਵੀ ਸਾਨੂੰ ਕੰਪੈਸ਼ਨੇਟ ਨਹੀਂ ਹੋਣਾ ਚਾਹੀਦਾ, ਸਾਨੂੰ ਕੇਅਰਿੰਗ ਨਹੀਂ ਹੋਣਾ ਚਾਹੀਦਾ, ਸਾਨੂੰ ਬੰਦੇ ਲੈ ਕੇ ਆਉਣੇ ਚਾਹੀਦੇ। ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਐਜ਼ ਲੌਂਗ ਐਜ਼ ਜਿਹੜੀ ਉਹਨਾਂ ਦਾ ਸਿਕਿਉਰਿਟੀ ਚੈੱਕ ਵਗੈਰਾ ਚੰਗੀ ਤਰ੍ਹਾਂ ਹੋਵੇ ਤੇ ਦੈਟਸ ਗੁੱਡ। ਇਹਦੇ ਵਿੱਚ ਜਿਹੜਾ ਹੈਗਾ ਚਾਈਲਡ ਕੇਅਰ ਦਾ ਹੈਗਾ ਇਹਦੇ ਵਿੱਚ ਤਾਂ ਬਹੁਤ ਹੀ ਲੰਬੀ ਚੌੜੀ ਡਿਬੇਟ ਵਾਲੀ ਗੱਲ ਨਹੀਂ ਹੈ। ਹਾਲੇ 2-3-4 ਹਫ਼ਤੇ ਪਹਿਲਾਂ ਹੀ ਉਹਨਾਂ ਨੇ ਮਹੀਨਾ ਪਹਿਲਾਂ ਹੀ ਆਖਿਆ ਵੀ ਮੈਨੂੰ ਕੋਈ ਲੋੜ ਨਹੀਂ ਹੈ ਆਪਣੇ ਬੱਚਿਆਂ ਦੀ ਜਿਹੜੇ ਹੈਗੇ ਮਤਲਬ ਲੁੱਕ ਆਫਟਰ ਕਰਨ ਵਿੱਚ। ਤੇ ਹੁਣ ਉਹੀ $500-600 ਉਹ ਐਵਰੀ ਡੇ ਜਿਹੜਾ ਹੈਗਾ ਟੈਕਸ ਪੇਅਰ ਦਾ ਪੈਸਾ ਹੈਗਾ। ਮੈਨੂੰ ਇਹ ਨਹੀਂ ਪਤਾ ਵੀ ਹਾਊ ਯੂ ਕੈਨ ਡਿਫੈਂਡ ਦੈਟ। ਮੇਰੇ ਕੋਲ ਤਾਂ ਕੋਈ ਹੋਰ ਇਹੋ ਜਿਹੀ ਕੋਈ ਗੱਲ ਹੈ ਨਹੀਂ ਜਿਹੜੀ ਮੈਂ ਹੋਰ ਕਰ ਸਕਾਂ। ਮੈਨੂੰ ਹੈਰੀ ਧਾਲੀਵਾਲ ਜੀ ਉਹਨਾਂ ਦੀਆਂ ਗੱਲਾਂ ਤੋਂ ਨਾ ਇੱਕ ਇਦਾਂ ਦੀ ਗੱਲ ਲੱਗ ਰਹੀ ਹੈ ਕਿ ਜਸਟਿਨ ਟਰੂਡੋ ਦੇ ਵਿੱਚ ਡਿਸੀਜਨਸ ਦੇ ਉੱਤੇ ਫਰਮਲੀ ਸਟੈਂਡ ਲੈਣ ਦੀ ਕੈਪੇਬਿਲਿਟੀ ਨਹੀਂ ਹੈਗੀ। ਜਿਵੇਂ ਕਿ ਪਹਿਲਾਂ ਉਹਨਾਂ ਨੇ ਇਸ ਇਸ਼ੂ ਦੇ ਵਿੱਚ ਕੁਝ ਹੋਰ ਕਿਹਾ ਫਿਰ ਯੂ ਟਰਨ ਲਿਆ। ਸੰਦੀਪ ਜੀ ਥੋੜਾ ਜਿਹਾ ਇੱਕ ਵਾਰ ਰਿਪੀਟ ਕਰੋਗੇ? ਲਈ ਪਹਿਲਾਂ ਉਹਨਾਂ ਨੇ ਕਿਹਾ ਦਸੰਬਰ ਦੇ ਵਿੱਚ ਫਿਰ ਉਸ ਦੇ ਉੱਤੇ ਯੂ ਟਰਨ ਲੈ ਕੇ ਡੇਟਸ ਐਕਸਟੈਂਡ ਕਰਤੀਆਂ। ਸੋ ਜਿਹੜੀ ਫਰਮਿਟੀ ਹੁੰਦੀ ਆ ਕਿ ਜਿਹੜੇ ਲੀਡਰ ਦੇ ਵਿੱਚ ਇੱਕ ਹੁੰਦਾ ਹੈ ਕਿ ਹਾਂ ਇਹ ਸਟੈਂਡ ਆ ਮੇਰਾ, ਮੈਨੂੰ ਉਹ ਸਟੈਂਡ ਜਿਹੜਾ ਆ ਉਹ ਪਿਛਲੀਆਂ 1-2 ਐਕਟੀਵਿਟੀਜ਼ ਤੋਂ ਡਾਵਾਡੋਲ ਲੱਗਿਆ। ਸੰਦੀਪ ਜੀ ਮੈਨੂੰ ਤੁਹਾਡਾ ਕੁਐਸਚਨ ਇੱਕ ਵਾਰ ਰਿਪੀਟ ਕਰੋਗੇ? ਮੈਨੂੰ ਤੁਹਾਡੀ ਗੱਲ ਥੋੜੀ ਜਿਹੀ ਕਲੀਅਰ ਨਹੀਂ ਸੁਣੀ। ਮੈਂ ਇਹ ਕੁਐਸਚਨ ਸੀਗਾ ਜੀ ਮੇਰਾ ਕਿ ਪਿਛਲੇ ਕੁਝ ਐਕਟੀਵਿਟੀਜ਼ ਤੋਂ ਮੈਨੂੰ ਟਰੂਡੋ ਸਾਹਿਬ ਦੀ ਲੀਡਰਸ਼ਿਪ ਸਕਿੱਲਸ ਤੇ ਡਾਊਟ ਹੋ ਰਿਹਾ ਆ।
ਜਿਵੇਂ ਕਿ ਧਾਲੀਵਾਲ ਸਾਹਿਬ ਹੋਣਾ ਨੇ ਜਿਹੋ ਜੀ ਗੱਲ ਕੀਤੀ, ਉਸ ਤੋਂ ਮੈਨੂੰ ਇਹ ਚੀਜ਼ ਲੱਗੀ। ਜਿਵੇਂ ਕਿ ਸੀਰੀਅਨ ਰਿਫਿਊਜੀਜ਼ ਦੇ ਉੱਤੇ ਵੀ ਇਹਨਾਂ ਨੇ ਯੂ ਟਰਨ ਲਿਆ, ਡੇਟਸ ਐਕਸਟੈਂਡ ਕਰਕੇ, ਨੈਣੀ ਵਾਲੇ ਮਸਲੇ ਦੇ ਉੱਤੇ ਯੂ ਟਰਨ ਲਿਆ। ਜਿਹੜੇ ਲੀਡਰਸ ਦੇ ਵਿੱਚ ਇੱਕ ਫਰਮਟੀ ਹੁੰਦੀ ਹੈ ਨਾ ਕਿ ਜੋ ਗੱਲ ਇੱਕ ਵਾਰੀ ਜਿਹੜਾ ਸਟੈਂਡ ਲੈ ਲਿਆ ਉਸ ਦੇ ਉੱਤੇ ਖੜਨ ਦੀ, ਉਹ ਨਹੀਂ ਮੈਨੂੰ ਅਜੇ ਤੱਕ ਟਰੂਡੋ ਸਾਹਿਬ 'ਚ ਨਜ਼ਰ ਆਈ। ਪਹਿਲੀ ਗੱਲ ਤਾਂ ਸੰਦੀਪ ਜੀ ਤੁਸੀਂ 1 ਮਹੀਨੇ 'ਚ ਕੀ ਲੱਭ ਰਹੇ ਹੋ? ਆਈ ਥਿੰਕ ਮਹੀਨਾ ਤੇ ਜੇ ਹੋਇਆ ਨਹੀਂ ਹੈ। ਆਈ ਥਿੰਕ ਤੁਸੀਂ ਜੇ ਮਹੀਨੇ 'ਚ 2 ਇਸ਼ੂਜ਼ ਦੇ ਉੱਤੇ ਯੂ ਟਰਨ ਆ। No, it's not a U-turn. It's not a U-turn. He said ਕਿ ਅਸੀਂ ਦਸੰਬਰ 'ਚ ਲਿਆਵਾਂਗੇ ਤੇ ਜੇ ਸਿਕਿਉਰਿਟੀ ਨਹੀਂ ਅਲਾਉ ਕਰਦੀ ਸੀ ਉਹਨਾਂ ਨੂੰ ਐਕਸਟੈਂਡ ਕਰਕੇ ਫਰਵਰੀ ਕਰਤਾ। U-turn ਤਾਂ ਹੁੰਦਾ ਸੰਦੀਪ ਜੀ ਜੇ ਉਹ ਆਂਦੇ ਅਸੀਂ ਨਹੀਂ ਲਿਓਨੇ, ਉਹਨਾਂ ਇਹ ਨਹੀਂ ਆਖਿਆ ਅਸੀਂ ਨਹੀਂ ਲਿਓਨੇ। ਨਾ ਤਾਂ ਕੰਜ਼ਰਵੇਟਿਵਸ ਵੀ ਨਹੀਂ ਕਰ ਰਹੇ ਸੀਗੇ, ਨਾ ਤਾਂ ਕੋਈ ਵੀ ਨਹੀਂ ਕਰ ਰਿਹਾ ਸੀਗਾ। ਓਕੇ, ਬਟ ਤੁਸੀਂ ਯੂ ਟਰਨ ਦੀ ਗੱਲ ਕਰ ਰਹੇ ਜੋ ਉਹਨਾਂ ਨੇ ਸਿਰਫ 2 ਮਹੀਨੇ ਤੁਸੀਂ ਕਿ ਪਹਿਲਾਂ ਦਸੰਬਰ ਕਰ ਰਹੇ ਸੀ, ਬਾਕੀ ਪੋਲੀਟੀਕਲ ਪਾਰਟੀਆਂ ਕਹਿ ਰਹੀਆਂ ਸੀ ਕਿ ਥੋੜਾ ਐਕਸਟੈਂਡ ਕਰੋ ਉਹਨੂੰ। ਤੁਸੀਂ ਦੇਖੋ ਪਹਿਲਾਂ ਕਹਿੰਦੇ ਹੋ ਵੀ ਅਸੀਂ ਆਹ ਕੰਮ, ਜੇ ਤੁਹਾਨੂੰ ਮੈਂ ਕਹਿ ਦਿਆਂ ਵੀ ਮੈਂ ਤੁਹਾਡਾ ਆਹ ਕੰਮ ਹੈ ਮੈਂ ਤੁਹਾਡਾ 30 ਦਿਨਾਂ 'ਚ ਕਰੂੰਗਾ, ਮੁੜ ਕੇ ਕਹਿੰਦੇ ਮੈਂ 90 ਦਿਨਾਂ 'ਚ ਕਰੂੰਗਾ, ਹੈ ਨਾ, ਤੇ ਤੁਹਾਨੂੰ ਕਿਵੇਂ ਹੋ ਗਿਆ ਜਿਹੜਾ ਦੂਜ ਮਸੀਹ, ਯਾਨੀ ਤੁਹਾਨੂੰ ਇਹਦਾ ਮਤਲਬ ਪਹਿਲਾਂ ਬਿਲਕੁਲ ਨਹੀਂ ਪਤਾ। ਤੇ ਬੇਸਿਕਲੀ ਹਰਜੀਤ ਜੀ ਆਈ ਥਿੰਕ ਹਰਜੀਤ ਜੀ ਮੈਨੂੰ ਲੱਗਦਾ ਪ੍ਰੋਬਲਮ ਇੱਥੇ ਇਹ ਹੈ ਕਿ ਤੁਸੀਂ ਇਹ ਕਹਿ ਰਹੇ ਹੋ 60 ਦਿਨ ਦੀ ਐਕਸਟੈਂਸ਼ਨ ਕਿਉਂ ਲਈ? ਆਰ ਯੂ ਸੰਦੀਪ ਜੀ ਇਹੀ ਕੁਐਸਚਨ ਹੈ? ਨਹੀਂ ਐਬਸੋਲੂਟਲੀ ਨਹੀਂ ਮੈਂ ਨਹੀਂ ਕਹਿ ਰਿਹਾ। ਆਈ ਥਿੰਕ ਤੁਸੀਂ ਇਹੀ ਪੁੱਛ ਰਹੇ ਹੋ 60 ਦਿਨ ਦੀ ਐਕਸਟੈਂਸ਼ਨ ਕਿਉਂ ਲਈ? ਨਹੀਂ ਤੁਸੀਂ ਕੁਐਸਚਨ ਨੂੰ ਸਮਝੋ। ਮੈਂ ਨਹੀਂ ਕਹਿ ਰਿਹਾ ਕਿ ਕਿਉਂ ਐਕਸਟੈਂਡ ਕੀਤਾ ਤੇ ਕਿਉਂ ਨਹੀਂ ਐਕਸਟੈਂਡ ਕੀਤਾ। ਮੈਂ ਕਹਿ ਰਿਹਾ ਕਿ ਪਹਿਲਾਂ ਤੁਸੀਂ ਇੰਨੇ ਚਿਰ ਦਾ ਟਾਈਮ ਦਿੱਤਾ ਕਿ ਦਸੰਬਰ ਐਂਡ ਦਾ, ਫਿਰ ਉਸ ਤੋਂ ਬਾਅਦ ਐਕਸਟੈਂਡ ਕਰਤਾ। ਦੈਟ ਮੀਨਸ ਕਿ ਤੁਸੀਂ ਪਹਿਲਾਂ ਡਿਸੀਜਨ ਲੈਣ ਤੋਂ ਪਹਿਲਾਂ ਨਹੀਂ ਸੋਚਿਆ, ਜਾਂ ਤੁਸੀਂ ਬਰਡਨ ਨੂੰ ਜਿਹੜੀਆਂ ਬਾਕੀ ਪੋਲੀਟੀਕਲ ਪਾਰਟੀਆਂ ਦਾ ਸੀ ਉਹਨੂੰ ਸੰਭਾਲ ਨਹੀਂ ਸਕੇ ਅਤੇ ਐਕਸਟੈਂਡ ਕੀਤਾ। ਓਕੇ ਸੰਦੀਪ ਜੀ ਇੱਕ ਕੁਐਸਚਨ ਪੁੱਛਦਾ ਤੁਹਾਡੇ ਤੋਂ, ਤੁਹਾਡੀ ਲੀਡਰਸ਼ਿਪ ਕਿੱਥੇ? ਸੰਦੀਪ ਜੀ ਇੱਕ ਕੁਐਸਚਨ ਪੁੱਛਦਾ ਤੁਹਾਡੇ ਤੋਂ, ਇੱਕ ਕੁਐਸਚਨ ਕੰਜ਼ਰਵੇਟਿਵ ਦੇ ਐਨਡੀਪੀ ਦਾ ਇਹਦੇ ਉੱਤੇ ਕੀ ਸਟੈਂਡ ਸੀ? ਮੈਨੂੰ ਨੰਬਰਸ ਔਰ ਡੇਟਸ ਦੋਗੇ, ਨੰਬਰਸ ਜਾਂ ਮੰਥਸ ਦੋਗੇ? ਕੰਜ਼ਰਵੇਟਿਵ ਕਹਿ ਰਹੀ ਸੀ ਕਿ ਐਕਸਟੈਂਡ ਕਰੋ, ਦਸੰਬਰ ਤੱਕ ਨਹੀਂ ਹੋ ਪਾਏਗਾ। ਨਹੀਂ ਮੈਂ ਇਹ ਨਹੀਂ ਪੁੱਛਿਆ। ਕੰਜ਼ਰਵੇਟਿਵ ਦਾ ਸੀਰੀਅਨ ਰਿਫਿਊਜੀ ਵਾਸਤੇ ਜਾਂ ਐਨਡੀਪੀ ਦਾ ਸੀਰੀਅਨ ਰਿਫਿਊਜੀ ਦਾ ਕੀ ਪਾਲਿਸੀ ਸੀ? ਕਦੋਂ ਤੱਕ ਕਿੰਨੇ ਬੰਦੇ ਲਿਆਵਾਂਗੇ? ਇਹਨਾਂ ਦਾ ਜਿਵੇਂ ਵੀ ਇਹਨਾਂ ਨੇ ਵਾਅਦਾ ਕੀਤਾ ਸੀਗਾ। ਦੇਖੋ ਹਰਜੀਤ ਜੀ ਨਹੀਂ, ਦੇਖੋ ਮੈਂ ਤੁਹਾਨੂੰ 2016 ਦੇ ਐਂਡ ਤੱਕ ਲਿਆਵਾਂਗੇ। ਦੈਟਸ ਐਗਜ਼ੈਕਟਲੀ ਰਾਈਟ। 2016 ਦੇ ਐਂਡ ਤੱਕ। ਹਾਂ 10000 ਬੰਦੇ ਕਹੇ ਸੀ ਹਰਜੀਤ ਜੀ ਕੰਜ਼ਰਵੇਟਿਵ ਨੇ, ਰਾਈਟ? 10,000 ਦੇ ਨੰਬਰ ਦਿੱਤਾ। 10,000 ਹੋਰ ਐਕਸਟਰਾ ਕਹੇ ਸੀਗੇ, ਜਿਹੜੇ ਆਲਰੇਡੀ ਪਹਿਲਾਂ ਕਹੇ ਹੋਏ ਸੀਗੇ ਉਹਨਾਂ ਤੋਂ 10,000 ਤੇ ਜੇ ਹਰਜੀਤ ਜੀ ਅਸੀਂ ਉਸ ਚੀਜ਼ ਨਾਲ ਕੰਪੇਅਰ ਕਰੀਏ, ਜੇ ਫਰਵਰੀ 'ਚ 25,000 ਆਉਂਦੇ ਨੇ ਤੇ ਆਈ ਥਿੰਕ ਲਿਬਰਲਸ ਆਰ ਸਟਿਲ ਡੂਇੰਗ ਬੈਟਰ। ਲਿਬਰਲ ਵਧੀਆ ਕਰ ਰਿਹਾ ਉਹਨਾਂ ਤੋਂ। ਨਹੀਂ ਗੱਲ ਫਿਰ ਤੁਸੀਂ ਉਹ ਨਹੀਂ ਸਮਝ ਰਹੇ ਹੋ ਭਾਜੀ ਕਿ ਵਧੀਆ ਮਾੜੀ ਵਾਲੀ ਤਾਂ ਗੱਲ ਹੀ ਨਹੀਂ ਹੈਗੀ। ਗੱਲ ਤਾਂ ਉਸ ਬੰਦੇ ਦੀ ਲੀਡਰਸ਼ਿਪ ਦੀ ਆ ਜਿਹੜਾ ਬਾਰ-ਬਾਰ ਬਿਆਨ ਚੇਂਜ ਕਰ ਰਿਹਾ। ਓਕੇ ਆਈ ਥਿੰਕ ਜੇ ਤੁਸੀਂ ਸਮਾਰਟ ਡਿਸੀਜਨ ਨੂੰ, ਜਿਹੜਾ ਵਧੀਆ ਡਿਸੀਜਨ ਲਿਆ ਕੈਨੇਡੀਅਨ ਵਾਸਤੇ, ਤੁਸੀਂ ਉਹਨੂੰ ਇਹ ਕਹਿ ਰਹੇ ਹੋ ਬਿਆਨ ਬਦਲ ਰਿਹਾ ਵਾ। ਓਕੇ ਸੋ ਦੈਟ ਮੀਨਸ ਕਿ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਪਹਿਲਾਂ ਸਮਾਰਟ ਡਿਸੀਜਨ ਨਹੀਂ ਸੀ? ਦੇਖੋ ਇੱਕ ਚੀਜ਼ ਹਰਜੀਤ ਜੀ ਤੁਸੀਂ ਹੁਣੇ ਕਈ ਜਿਹੜੀ ਗੱਲ ਤੋਂ ਮੈਂ ਐਗਰੀ ਕਰਦਾ ਵਾਂ ਕਿ ਜਦੋਂ ਤੁਸੀਂ ਪਾਵਰ ਵਿੱਚ ਨਹੀਂ ਹੁੰਦੇ ਤੁਹਾਡੇ ਕੋਲ ਐਗਜ਼ੈਕਟਲੀ ਰਾਈਟ ਨੰਬਰਸ ਨਹੀਂ ਹੁੰਦੇ, ਤੇ ਨੰਬਰਸ ਨੂੰ ਵੇਂਦੇ ਹੋਏ, ਸਿਕਿਉਰਿਟੀ ਕੰਸਰਨ ਨੂੰ ਵੇਂਦੇ ਹੋਏ ਇਹ ਜਸਟਿਨ ਟਰੂਡੋ ਜੀ ਨੇ ਡਿਸੀਜਨ ਲਿਆ। ਫਿਰ ਤੁਸੀਂ ਇੰਨੇ ਨਾ, ਜਦੋਂ ਤੁਸੀਂ ਪਾਵਰ 'ਚ ਨਹੀਂ ਹੈ ਤੁਹਾਨੂੰ ਇਸ ਤਰ੍ਹਾਂ ਦੇ ਸੋਲਿਡ ਜਿਹੜੇ ਨਾ ਵਾਅਦੇ ਨਹੀਂ ਕਰਨੇ ਚਾਹੀਦੇ ਵੀ ਮੈਂ ਆਹ ਕਰ ਦੂੰਗਾ, ਇਹ ਮੈਨੂੰ ਕੋਈ ਹਟਾ ਨਹੀਂ ਸਕਦਾ, ਇਹ ਮੈਂ ਜ਼ਰੂਰ ਕਰੂੰਗਾ। ਫਿਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਅਕਤੂਬਰ 19 ਤੋਂ ਲੈ ਕੇ ਤਕਰੀਬਨ 35-40 ਦਿਨ ਇਹਨਾਂ ਨੂੰ ਲੱਗੇ ਫਾਈਂਡ ਆਊਟ ਕਰਨੇ। ਅੱਛਾ ਹਲੇ ਵੀ ਜਿਹੜੇ ਹੁਣ ਆਉਣੇ ਨੇ, ਜਿਹੜੇ ਦਸੰਬਰ ਦੇ ਵਿੱਚ ਕਿੰਨੇ 10,000 ਆਉਣੇ ਨੇ, ਉਹ 10,000 ਦੇ ਵਿੱਚ ਹਲੇ ਪਤਾ ਲੱਗਣਾ ਵੀ ਜਿਹੜੇ ਪਹਿਲਾਂ ਆਇਡੈਂਟੀਫਾਈ ਹੋ ਗਏ, ਜਿਨ੍ਹਾਂ ਦੀ ਸਿਕਿਉਰਿਟੀ ਚੈੱਕ ਵਗੈਰਾ ਪਹਿਲਾਂ ਹੋਇਆ ਉਹ ਪਹਿਲਾਂ ਕੰਜ਼ਰਵੇਟਿਵ ਦੇ ਟਾਈਮ ਦੇ ਉੱਤੇ ਵੀ ਕਾਫੀ ਬੰਦਿਆਂ ਦਾ ਪਹਿਲਾਂ ਹੋਇਆ। ਓਕੇ ਸੋ ਉਹਨਾਂ ਨੂੰ ਪਤਾ ਸੀਗਾ ਵੀ ਕਿੰਨੇ ਕੁ ਬੰਦਿਆਂ ਦਾ ਐਵਰੀਡੇ ਹੋ ਸਕਦਾ ਹੈ, ਕਿੰਨੇ ਕੁ ਸਾਡੇ ਕੋਲ, ਉਹਨਾਂ ਨੂੰ ਪਤਾ ਸੀ ਵੀ ਸਾਡੀਆਂ ਰਿਸੋਰਸਸ ਨੇ CIC ਡਿਪਾਰਟਮੈਂਟ 'ਚ ਸਾਡੇ ਕੋਲ ਕੀ ਹੈਗੀਆਂ ਨੇ, ਕਿਵੇਂ ਅਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਉਹ ਇਹ ਸੋਚਦੇ ਸੀ ਵੀ ਇਹ ਜਿਹੜਾ ਟਾਈਮ ਹੈ, ਦੇਖੋ ਜੇ ਤੁਸੀਂ 2016 ਦਾ ਐਂਡ ਕਹਿ ਦਿੰਦੇ ਹੋ ਤਾਂ ਉਹ ਜੇ ਤੁਸੀਂ ਉਹਨੂੰ ਜੁਲਾਈ ਵਿੱਚ ਖਤਮ ਕਰ ਦਿੰਦੇ ਹੋ ਦੈਨ ਇਟ ਇਜ਼ ਗੁੱਡ ਥਿੰਗ। ਪਰ ਜੇ ਤੁਸੀਂ ਕਹਿੰਦੇ ਹੋ ਵੀ ਨਹੀਂ ਅਸੀਂ ਤਾਂ ਇਹ ਦਸੰਬਰ ਤੋਂ ਪਹਿਲਾਂ ਐਸ 2015 'ਚ ਲੈ ਕੇ ਆਉਣੇ ਆ, ਮੁੜ ਕੇ ਤੁਹਾਨੂੰ ਲੋਕੀ ਰੌਲਾ ਵੀ ਪਾਉਂਦੇ ਆ, ਤੁਸੀਂ ਚੇਂਜ ਨਹੀਂ ਕਰਦੇ। 30-40 ਦਿਨਾਂ ਦੇ ਬਾਅਦ ਜਦੋਂ ਦੇਖਿਆ ਵੀ ਬਿਲਕੁਲ ਨੇੜੇ ਆ ਗਿਆ ਤੇ ਉਦੋਂ ਤੁਸੀਂ ਆ ਕੇ ਚੇਂਜ ਕਰਦੇ ਹੋ। ਇਹਦਾ ਮਤਲਬ ਜਿਵੇਂ ਸੰਦੀਪ ਨੇ ਕਿਹਾ, ਜਿਹੜੀ ਡਿਸੀਜਨ ਮੇਕਿੰਗ ਜਿਹੜਾ ਨਾ ਪ੍ਰੋਸੈਸ ਆ ਤੁਹਾਡਾ ਆਪਣੇ ਮਾਈਂਡ ਦੇ ਵਿੱਚ, ਉਹ ਇਹਨਾਂ ਦਾ ਹਲੇ ਇੰਨਾ ਨਹੀਂ ਕਮਜ਼ੋਰ, ਥੋੜਾ ਜਿਹਾ ਹਲੇ ਵੀਕ ਹੈ। ਤੇ ਉਹ ਮੇਰਾ ਖਿਆਲ ਹੈ ਵੀ ਐਕਸਪੀਰੀਅੰਸ ਦੇ ਨਾਲ ਹੋ ਸਕਦਾ, ਹੋਪਫੁਲੀ ਥਿੰਗਸ ਵਿਲ ਚੇਂਜ। ਪਰ ਇਹ ਵੀ ਜਿਹੜੀ ਇਹਨਾਂ ਦੀਆਂ ਗੱਲਾਂ ਕੈਂਪੇਨ ਦੇ ਵਿੱਚ ਹਿੱਕ ਥਾਪੜ ਕੇ ਜਿਹੜੀਆਂ ਕਹੀਆਂ ਹੋਈਆਂ ਨਾ, ਇਸੇ ਤਰ੍ਹਾਂ ਲੋਕੀ ਉਹਨੂੰ ਹੁਣ ਕੰਪੇਅਰ ਕਰਨਗੇ।
ਦਿਸ ਇਜ਼ ਹਾਊ ਯੂ ਹੈਵ ਟੂ ਡਿਫੈਂਡ ਯੋਰਸੈਲਫ। ਇਸੇ ਕਰਕੇ ਪਹਿਲਾਂ ਹੀ ਤੁਸੀਂ ਆਮ ਤੌਰ ਤੇ ਜਿਵੇਂ ਕਹਿੰਦੇ ਹੁੰਦੇ ਵੀ ਤੁਸੀਂ ਪ੍ਰੋਮਿਸ ਥੋੜਾ ਜਿਹਾ ਘੱਟ ਕਰੋ, ਡਿਲੀਵਰ ਥੋੜਾ ਜਿਹਾ ਜ਼ਿਆਦਾ ਕਰੋ। ਜੇ ਤੁਸੀਂ ਪ੍ਰੋਮਿਸ ਜ਼ਿਆਦਾ ਕਰਤਾ, ਡਿਲੀਵਰ ਨਹੀਂ ਕਰ ਸਕਦੇ, ਫਿਰ ਉਹ ਤੁਹਾਡੀ ਲੀਡਰਸ਼ਿਪ ਜਿਹੜੀ ਹੈ ਉਹਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ਼ੱਕ ਪੈਣ ਲੱਗ Okay, I totally agree. ਇੱਥੇ ਇੱਕ ਕੁਐਸਚਨ ਸੰਦੀਪ ਸਿੰਘ ਜੀ, ਇੱਕ ਕੁਐਸਚਨ ਇੱਥੇ I totally agree ਹਰਜੀਤ ਦੀ ਗੱਲ ਨਾਲ ਕਿ ਤੁਸੀਂ ਵਾਅਦੇ ਜੇ ਕਰਦੇ ਜੋ ਉਹਨੂੰ ਪੂਰੇ ਕਰੋ, ਅਦਰਵਾਈਜ਼ ਕਰੋ ਨਾ। ਪਰ ਇੱਥੇ ਮੈਂ ਦੂਜੀ ਪਾਰਟੀਆਂ ਦੇ ਵੀ ਜ਼ਰੂਰ ਨਿਗਾਹ ਮਾਰ ਲਓ। ਐਨਡੀਪੀ ਦੀ ਤੇ ਚਲੋ ਮੈਂ ਗੱਲ ਨਹੀਂ ਕਰੂੰਗਾ ਕਿਉਂਕਿ ਉਹਨਾਂ ਨੂੰ ਮਿਸਟਰ ਨੋ ਕਿਹਾ ਜਾਂਦਾ ਹਰ ਚੀਜ਼ ਵਾਸਤੇ ਨੋ, ਪਰ ਮੈਂ ਕੰਜ਼ਰਵੇਟਿਵ ਦੀ ਗੱਲ ਜ਼ਰੂਰ ਕਰੂੰਗਾ। ਸਟੀਫਨ ਹਾਰਪਰ ਜੀ ਨੇ 2007 ਦੀ ਇੱਕ ਮਿੰਟ ਸੰਦੀਪ ਜੀ, ਸਟੀਫਨ ਹਾਰਪਰ ਜੀ ਨੇ ਵਾਅਦਾ ਕੀਤਾ ਸੀ ਕਿ ਸੈਨੇਟ ਅਪਾਇੰਟ ਨਹੀਂ ਕਰਨਗੇ। ਜਦੋਂ ਆਫਿਸ 'ਚ ਆਏ ਸੀ ਫਸਟ ਡੇ ਹੀ ਅਪਾਇੰਟਡ ਫਸਟ ਸੈਨੇਟ, ਉਸ ਤੋਂ ਬਾਅਦ 53 ਸੈਨੇਟ ਅਪਾਇੰਟ ਕੀਤੇ। ਦੇਖੋ ਜੇ ਵਾਅਦਾ ਖਿਲਾਫੀ ਦੀ ਗੱਲ ਕਰਨੀ ਆ ਤੇ ਜੇ ਤੁਸੀਂ ਕਿ ਲੀਡਰ ਦੀ ਵਾਅਦਾ ਖਿਲਾਫੀ ਦੀ ਗੱਲ ਕਰਨੀ ਆ, ਤੁਸੀਂ ਉਹਨੂੰ ਦੂਜੇ ਲੀਡਰ ਨਾਲ ਕੰਪੇਅਰ ਕਰਕੇ ਦੇਖੋ। ਸਿਰਫ ਇੱਕ ਮੁੱਦੇ ਤੇ ਇਹਨਾਂ ਦੇ ਕਿਹੜਾ ਖਤਮ ਹੋ ਗਿਆ ਕੰਮ, ਇਹਨਾਂ ਨੇ ਕਿਹੜਾ ਨਹੀਂ ਕਰਨੇ। ਹਰਜੀਤ ਜੀ ਫਿਰ ਆਪਾਂ ਵੀ ਡਿਬੇਟ ਦੇਖੋ ਇੱਥੇ ਦੀ ਇੱਕ ਗੱਲ ਤਾਂ ਸਾਬਤ ਹੋ ਰਹੀ ਆ ਕਿ ਕੰਜ਼ਰਵੇਟਿਵ ਤੇ ਲਿਬਰਲਸ ਦੋਨਾਂ ਨੇ ਇਹ ਕੰਮ ਕਰਨੇ ਹੈਗੇ ਆ। ਐਨੀ ਹਾਓ ਹਰਪ੍ਰੀਤ ਜੀ, ਮੇਰਾ ਸਵਾਲ ਹੈ ਤੁਹਾਨੂੰ ਕਿ ਤੁਹਾਨੂੰ ਨਹੀਂ ਲੱਗਦਾ ਕਿ ਆਪਣੇ ਬੱਚਿਆਂ ਦੇ ਸੋਚਣ ਤੋਂ ਪਹਿਲਾਂ ਕੈਨੇਡਾ ਦੇ ਬੱਚਿਆਂ ਬਾਰੇ ਵੀ ਸੋਚਣਾ ਚਾਹੀਦਾ ਸੀ? ਕਹਿਣ ਦਾ ਭਾਵ ਮੇਰਾ ਹੈ ਕਿ ਨੈਨੀ ਐਸੋਸੀਏਸ਼ਨ ਦੀ ਜਿਹੜੀ ਅੱਜ ਸਵੇਰ ਦੀ ਨਿਊਜ਼ ਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਨੈਨੀਜ਼ ਦੀ ਸ਼ਾਰਟੇਜ ਆ। ਕੈਨੇਡਾ ਕੰਜ਼ਰਵੇਟਿਵਸ ਨੇ ਨੈਨੀਜ਼ ਬਾਹਰੋਂ ਮੰਗਵਾਉਣੀਆਂ ਬੰਦ ਕਰਤੀਆਂ ਸੀ। ਕੈਨੇਡਾ ਦੇ ਵਿੱਚ ਨੈਨੀ ਕੋਰਸਿਸ ਜ਼ਿਆਦਾ ਲੋਕ ਕਰਦੇ ਨਹੀਂ ਹੈਗੇ, ਜਿਹਦੇ ਕਰਕੇ ਨੈਨੀਜ਼ ਦਾ ਘਾਟ ਆ। ਕਿ ਇਸ ਫੀਲਡ ਦੇ ਵਿੱਚ ਕੰਮ ਕਰਨ ਦੀ ਬਜਾਏ 2 ਬੰਦੇ ਹੋਰ ਘਟਾ ਕੇ ਆਪਣੇ ਬੱਚਿਆਂ ਉੱਤੇ ਲਾ ਕੇ, ਦੈਟ ਮੀਨਸ ਕਿ ਜਿੰਨੇ ਕੁ ਘਾਟ ਸੀ ਉਹ 2 ਹੋਰ ਘਟ ਗਏ, ਉਹ ਪੂਰੇ ਨਹੀਂ ਕਰਨ ਦੀ ਬਜਾਏ ਆਪਣੇ ਬੱਚਿਆਂ ਨੂੰ ਸਾਂਭਣ ਨੂੰ ਲਾਤਾ। ਕੀ ਇਹ ਸਹੀ ਹੈ? ਸੰਦੀਪ ਜੀ, ਪਹਿਲੀ ਗੱਲ ਅੱਜ ਸਵੇਰੇ ਨਿਊਜ਼ ਬ੍ਰੇਕ ਹੋਈ ਹੈ, ਰਾਈਟ? ਇਹ ਤੋਂ ਪਹਿਲਾਂ ਇਹ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਨਹੀਂ ਸੀ। ਦੂਜੀ ਗੱਲ, ਤੁਸੀਂ ਨੈਨੀ ਦੀ ਸ਼ਾਰਟੇਜ 2 ਨੈਨੀਆਂ ਨਾਲ ਪੂਰੀ ਕਰ ਲੋਗੇ ਔਰ ਤੁਸੀਂ ਇਹ ਚਾਹੋਗੇ ਕਿ ਜਸਟਿਨ ਟਰੂਡੋ ਜਾਂ ਜੋ ਵੀ ਇਹਦੇ ਕੰਸਰਨ ਡਿਪਾਰਟਮੈਂਟ ਹੈ, ਪਾਲਿਸੀ ਦੀ ਗੱਲ ਕਰ ਰਹੇ ਇੱਕ ਮਿੰਟ, ਉਹ ਇਸ ਇਸ਼ੂ ਤੇ ਕੰਮ ਕਰਨ ਇਨਸਟੈਂਟ ਆਫ ਤੁਸੀਂ ਕਹਿ ਰਹੇ ਜੋ ਕਿ ਤੁਸੀਂ ਫਿਰ ਤੋਂ ਉੱਥੇ ਹੀ ਜਾ ਰਹੇ ਜੋ ਕਿ ਜੋ ਜਸਟਿਨ ਟਰੂਡੋ ਜੀ ਨੇ 2 ਸਪੈਸ਼ਲ ਅਸਿਸਟੈਂਟ ਅਪਾਇੰਟ ਕੀਤੇ ਆ, ਉਹ ਜੇ ਨਾ ਕਰਦੇ ਤੇ ਪ੍ਰੋਬਲਮ ਸੋਲਵ ਹੋ ਜਾਣੀ ਸੀ। ਨਹੀਂ, ਮੈਂ ਨਹੀਂ ਕਹਿ ਰਿਹਾ। ਦੇਖੋ ਦੂਜੀ ਗੱਲ ਤੁਸੀਂ ਇਹ ਕਹਿ ਰਹੇ ਜੋ ਕਿ ਨੇ ਉਹ ਰਸਤਾ ਬੰਦ ਕੀਤਾ ਤੇ ਇਹਨਾਂ ਨੇ ਵੀ ਅਜੇ ਤੱਕ ਬੰਦ ਰੱਖਿਆ, ਪਰ ਆਪਣੇ ਬੱਚਿਆਂ ਲਈ ਯੂਜ਼ ਕੀਤਾ। ਦੇਖੋ ਉਹ ਤੇ ਹਰਜੀਤ ਜੀ ਦੱਸ ਸਕਦੇ ਆ ਕੰਜ਼ਰਵੇਟਿਵ ਨੇ ਕਿਉਂ ਬੰਦ ਕੀਤਾ ਸੀ, ਉਹਦੇ ਪਿੱਛੇ ਟੈਕਨੀਕਲ ਰੀਜ਼ਨ ਹੋਣਗੇ। ਹਾਂ, ਪਰ ਲਿਬਰਲ ਨੇ ਅਜੇ ਤੱਕ 1 ਮਹੀਨਾ ਹੀ ਹੋਇਆ ਵਾ, ਲਿਬਰਲ ਨੇ ਉੱਤੇ ਅਜੇ ਕੋਈ ਕੰਮ ਵੀ ਨਹੀਂ ਕੀਤਾ। ਤੁਸੀਂ ਲਿਬਰਲ ਨੂੰ ਤੇ ਬਲੇਮ ਹੀ ਨਹੀਂ ਕਰ ਸਕਦੇ। ਮੈਂ ਲਿਬਰਲਸ ਨੂੰ ਇਸ ਲਈ ਨਹੀਂ ਬਲੇਮ ਕਰ ਰਿਹਾ, ਮੈਂ ਇਹ ਪੁੱਛ ਰਿਹਾ ਕਿ ਜਿੰਨੇ ਉਹਨਾਂ ਦੇ ਬੱਚਿਆਂ ਨੂੰ ਲੋੜ ਆ ਉਨੀ ਹੀ ਕੈਨੇਡੀਅਨ ਪੇਰੈਂਟਸ ਦੇ ਬੱਚਿਆਂ ਨੂੰ ਵੀ ਲੋੜ ਹੈ। ਆਪਾਂ ਐਕਚੁਅਲੀ ਆਈ ਥਿੰਕ ਵੀ ਸ਼ੁਡ ਬ੍ਰਿੰਗ ਬੈਕ ਦਿਸ ਟੂ ਦ ਸੇਮ ਪੁਆਇੰਟ। ਬੇਸਿਕਲੀ ਲੈ ਵੀ ਉਹਨਾਂ ਨੇ ਜਿਹੜਾ ਵਾਅਦਾ ਆਪਣਾ ਕੀਤਾ ਸੀ ਉਹ ਆਪਣੇ ਆਪ ਨਾਲ ਤੋੜਿਆ, ਉਹਦੇ ਨਾਲ ਉਹ ਜਿਹੜੀ ਲੀਡਰਸ਼ਿਪ ਆ ਉਹਨਾਂ ਦੀ ਵੀਕ ਲੱਗੂਗੀ ਤੇ ਇਹ ਲੋਕਾਂ ਨੂੰ ਸ਼ੱਕ ਪੈਣ ਲੱਗ ਜਾਂਦਾ। ਜਿਹੜੇ ਬੰਦੇ ਨੇ ਵੋਟਾਂ ਪਾਈਆਂ ਹੁੰਦੀਆਂ, ਜਿਹਨੇ ਵੋਟਾਂ ਨੇ ਇਹ ਇਸ ਕਰਕੇ ਨਹੀਂ ਪਾਈਆਂ ਵੀ ਉਹ ਲਿਬਰਲ ਹੈ, ਉਹਨਾਂ ਨੇ ਚੇਂਜ ਕਰਕੇ ਪਾਈਆਂ ਵੀ ਜਿਹੜੀਆਂ ਚੇਂਜਸ ਆਏਗੀਆਂ ਉਹ ਥੋੜ੍ਹੀਆਂ ਅੱਛੀਆਂ ਚੇਂਜਸ ਆਉਣਗੀਆਂ। ਪਰ ਜੇ ਉਹ ਇਸ ਤਰ੍ਹਾਂ ਹੌਲੀ ਹੌਲੀ ਜਿਹੜੀ ਉਹਨਾਂ ਦੀ ਵੀਕ ਲੀਡਰਸ਼ਿਪ ਆ ਗਈ, ਜਿਹੜੇ ਗਾਂ ਉਹਨਾਂ ਦੇ ਡਿਸੀਜਨ ਆ ਉਹਨਾਂ 'ਤੇ ਜਿਹੜੀ ਆ ਸ਼ੱਕ ਜ਼ਿਆਦਾ ਹੋਣ ਲੱਗ ਜਾਏਗੀ ਤੇ ਐਂਡ ਉਹ ਮੇਰਾ ਖਿਆਲ ਉਹਨਾਂ ਨੂੰ ਇਹ ਚੇਂਜ ਨਹੀਂ ਸੀ ਕਰਨਾ ਚਾਹੀਦਾ। ਇਹ ਜਿਹੜੇ ਆਪਣੇ ਜਿਹੜੇ ਪੈਸੇ ਆ ਇਹ ਆਪਦੇ ਕੋਲੋਂ ਲਾਉਣੇ ਚਾਹੀਦੇ ਨੇ। ਇਟਸ ਅ ਗੁੱਡ ਐਗਜ਼ਾਮਪਲ ਫॉर ਅਦਰ ਪੀਪਲ, ਕਿਉਂਕਿ ਸਾਰੇ ਮੁਲਕ ਦੇ ਵਿੱਚ ਬਹੁਤ ਲੋਕੀ ਐਸੇ ਨੇ ਜਿਹੜੇ ਕਿ 2-2 3-3 ਲੱਖ ਡਾਲਰ ਜਿਹੜੇ ਬਣਾਉਂਦੇ ਨੇ, ਉਹਨਾਂ ਦੀਆਂ ਜੌਬਸ ਬੜੀਆਂ ਡਿਮਾਂਡਿੰਗ ਨੇ। ਪ੍ਰਾਈਮ ਮਿਨਿਸਟਰ ਦੀ ਜੌਬ ਇਜ਼ ਨਾਟ ਦ ਓਨਲੀ ਜੌਬ ਵਿਚ ਇਜ਼ ਦ ਮੋਸਟ ਡਿਮਾਂਡਿੰਗ ਜੌਬ ਇਨ ਦ ਵਰਲਡ। ਇੱਥੇ ਜਿਹੜੇ ਬੰਦੇ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੇ ਵਾਈਸ ਪ੍ਰੈਜ਼ੀਡੈਂਟਸ ਨੇ, ਫਾਈਨੈਂਸ ਦੇ ਨੇ, ਕਿਵੇਂ ਉਹਨਾਂ ਦੀਆਂ ਜੌਬਸ, ਮੇਰੀ ਆਪਣੀ ਫੈਮਿਲੀ 'ਚ ਜਿਹੜੇ ਬੰਦੇ ਐਸੇ ਨੇ ਮਤਲਬ ਉਹਨਾਂ ਦੀਆਂ 14-14 ਘੰਟੇ ਯਾਨੀ ਐਵਰੀ ਡੇ ਜੌਬ ਆ। ਜਦੋਂ ਘਰੇ ਵੀ ਆਉਂਦੇ ਆ ਦੇ ਆਰ preparing for the presentation for the next morning and this and that। ਉਹਨਾਂ ਨੇ ਵੀ ਆਪਣੇ ਅਰੇਂਜਮੈਂਟ ਕੀਤੇ ਹੋਏ ਨੇ ਬੱਚਿਆਂ ਦੇ ਉਹ ਲੋਕ ਆਫਟਰ ਕਰਨ ਵਾਸਤੇ। ਕਿਵੇਂ ਉਹ ਆਪਦੇ ਪੈਸੇ ਨਾਲ ਕਰਦੇ ਨੇ, ਆਪਦੀ ਫੈਮਿਲੀ ਦੀ ਹੈਲਪ ਲੈ ਕੇ ਕਰਦੇ ਨੇ। ਕੋਈ ਮਦਰ ਲਾ ਜਾਂ ਕੋਈ ਫਾਦਰ ਲਾ ਜਾਂ ਕੋਈ ਭੈਣ ਭਰਾ ਉਹਨਾਂ ਦੀ ਆ ਕੇ ਹੈਲਪ ਕਰਦੇ ਜੇ ਉਹ ਨਹੀਂ ਅਫੋਰਡ ਕਰ ਸਕਦੇ। ਤੇ ਇਹਨਾਂ ਨੂੰ ਵੀ ਕੋਈ ਇਹੋ ਜਿਹਾ ਇੰਤਜ਼ਾਮ ਕਰਨਾ ਚਾਹੀਦਾ, ਨਾ ਕਿ ਜਿਹੜਾ ਟੈਕਸ ਪੇਅਰ ਦੀ ਜਿਹੜੀ ਜੇਬ ਦੇ ਵਿੱਚ ਪਹਿਲਾਂ ਹੀ ਆ ਕੇ ਹਲੇ ਮਹੀਨਾ ਹੋਇਆ ਨਹੀਂਗਾ, ਪਹਿਲਾਂ ਆ ਕੇ ਉਹਨਾਂ ਦੀ ਜੇਬ ਦੇ ਵਿੱਚ 600-700 ਡਾਲਰ ਤੁਸੀਂ ਰੋਜ਼ ਲਾ ਕੇ ਕੱਢਣ। ਆਈ ਡੋਂਟ ਥਿੰਕ ਇਟਸ ਅ ਰਾਈਟ step and it is not a good trend, it is not a good example as a prime minister ਜੇ ਆਪਦੇ ਉਹਨੂੰ ਇੰਨਾ ਹੀ ਖਾਸ ਇਸ ਤਰ੍ਹਾਂ ਲੱਗ ਜੇ ਸਮਝਣ ਵੀ ਉਹਨਾਂ ਨੂੰ
ਨਾਲ ਜਾਣਾ ਚਾਹੀਦਾ ਹੈ, ਉੱਥੇ ਫਿਰ ਸਾਈਟ ਸੀਇੰਗ ਵੀ ਹੋਣੀ ਚਾਹੀਦੀ ਹੈ, ਫਿਰ ਠੀਕ ਹੈ ਇਹ ਤੁਹਾਨੂੰ ਸਾਰੀ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ। ਜਿੱਥੇ ਤੁਹਾਨੂੰ ਸਿਕਿਉਰਿਟੀ ਦਾ ਪਤਾ ਲੱਗਦਾ ਵੀ ਮੇਰੀ ਫੈਮਿਲੀ ਹੈ, ਇਹ ਦੂਸਰਿਆਂ ਬੰਦਿਆਂ ਦੀ ਵੀ ਸਿਕਿਉਰਿਟੀ ਨੂੰ ਜੈਪਿਟੀ ਦੇ ਵਿੱਚ ਪਾ ਸਕਦੀ ਹੈ, ਇਹਦੇ ਵਿੱਚ ਸਾਨੂੰ ਐਕਸਟਰਾ ਪੈਸੇ ਲੱਗਣੇ ਚਾਹੀਦੇ। ਜਿਹੜਾ ਕੰਟਰੀ ਦਾ ਫਾਈਨੈਂਸ ਹੈ ਇਹਦੇ ਵਾਸਤੇ ਵੀ, ਇਹਦੇ ਖਰਚਾ ਹੈ ਉਹਦੇ ਵਾਸਤੇ ਵੀ ਖਿਆਲ ਰੱਖਣਾ ਚਾਹੀਦਾ। ਇਹ ਤਾਂ ਨਹੀਂ ਹੈ ਵੀ ਜੇ ਤੁਸੀਂ ਪ੍ਰਾਈਮ ਮਿਨਿਸਟਰ ਬਣ ਗਏ ਦੈਨ ਯੂ ਕੈਨ ਡੂ ਵਟਐਵਰ ਯੂ ਆਰ ਅਲਾਉਡ ਟੂ ਯੂ ਸ਼ੁੱਡ ਬੀ ਡੂਇੰਗ ਇਟ। ਨੋ, ਆਈ ਥਿੰਕ ਯੂ ਸ਼ੁਡ ਬੀ ਯੂਜ਼ਿੰਗ ਯੂਰ ਮਾਈਂਡ। ਓਕੇ, ਇੱਕ ਕਮੈਂਟ ਮੈਂ ਇੱਥੇ ਜ਼ਰੂਰ ਕਰਨਾ ਚਾਹੂੰਗਾ ਹਰਜੀਤ ਜੀ ਐਂਡ ਸੰਦੀਪ ਜੀ, ਜੇ ਜਸਟਿਨ ਟਰੂਡੋ ਜੀ ਦੀ ਆਫਿਸ ਐਕਸਪੈਂਸ ਤੇ ਇੰਨੀ ਕੇ ਨੂੰ ਇਸ਼ੂ ਆ ਰਿਹਾ ਵਾ ਤੇ ਸਟੀਫਨ ਹਾਰਪਰ ਜੀ ਦਾ ਆਫਿਸ ਐਕਸਪੈਂਸ ਜਦੋਂ ਪੀਐਮਸੀ ਉਹ ਚੱਕ ਕੇ ਜਸਟਿਨ ਟਰੂਡੋ ਜੀ ਦਾ ਆਫਿਸ ਐਕਸਪੈਂਸ ਨਾਲ ਕੰਪੇਅਰ ਕਰੋ, ਫਿਰ ਕੁਐਸਚਨਸ ਕਰੋ ਜੇ ਜਸਟਿਨ ਟਰੂਡੋ ਜੀ ਦਾ ਆਫਿਸ ਐਕਸਪੈਂਸ ਉੱਤੇ ਜਾਂਦਾ ਵਾ। ਦੂਜੀ ਗੱਲ, ਕੱਲ ਦਾ ਇੱਕ ਸਰਵੇ ਹੋਇਆ ਸੀ, ਕੱਲ ਦੀ ਰਿਪੋਰਟ ਆਈ ਆ, ਮੈਨੂੰ ਕੰਪਨੀ ਦਾ ਨਾਮ ਭੁੱਲ ਗਿਆ ਜਿਹਨੇ ਸਰਵੇ ਕੀਤਾ ਸੀ, ਜਸਟਿਨ ਟਰੂਡੋ ਜੀ ਦੇ ਉੱਤੇ ਸਰਵੇ ਕੀਤਾ ਸੀ ਕਿ ਆਰ ਯੂ ਸਟਿਲ ਸਪੋਰਟਿੰਗ ਜਸਟਿਨ ਟਰੂਡੋ। 80% ਲੋਕਾਂ ਨੇ ਯੈਸ ਕਿਹਾ ਸੀ, ਸਿਰਫ 20% ਲੋਕਾਂ ਨੇ ਨੋ ਕਿਹਾ ਸੀ। ਜੇ ਇਹਨੂੰ ਹੀ ਤੁਸੀਂ ਸਟੀਫਨ ਹਾਰਪਰ ਜੀ ਨਾਲ ਕੰਪੇਅਰ ਕਰ ਲਓ ਤੇ 40% ਤੇ ਯੈਸ ਹੁੰਦਾ ਸੀ, ਬਾਕੀ ਲਗਭਗ 38% no ਹੁੰਦਾ ਸੀ, ਕੁਝ ਹੁੰਦਾ ਸੀ ਕਿ they don't want to answer. I think Canadians still trust on Justin Trudeau ਤੇ ਮੈਨੂੰ ਲੱਗਦਾ ਕਿ too early a comment ਕਰਨ ਵਾਸਤੇ। ਬਾਕੀ I think we should wait for Justin Trudeau to return and explain ਜੋ ਨੈਨੀਜ਼ ਦੇ ਕੁਐਸਚਨ ਆ ਰਹੇ ਆ ਕਿ ਇੱਥੇ ਉਹਨਾਂ ਦੇ ਕੀ ਵਿਚਾਰ ਨੇ। ਮੈਂ ਇਸ ਇੱਕ ਗੱਲ ਕਹਿਣਾ ਚਾਹ ਰਿਹਾ ਹਰਪ੍ਰੀਤ ਜੀ। ਪਹਿਲੀ ਗੱਲ ਜਿਹੜੀ ਤੁਸੀਂ ਕਹੀ ਕਿ ਹਾਰਪਰ ਸਾਹਿਬ ਤੇ ਟਰੂਡੋ ਸਾਹਿਬ ਦੇ ਆਫਿਸ, ਕਿਸੇ ਇੱਕ ਬੰਦੇ ਦੀ ਗਲਤੀ ਨੂੰ ਦੂਸਰੇ ਬੰਦੇ ਦੀ ਗਲਤੀ ਦੇ ਨਾਲ ਕਦੀ ਕਵਰ ਨਹੀਂ ਕੀਤਾ ਜਾ ਸਕਦਾ ਹੁੰਦਾ। ਬਿਲਕੁਲ ਨਹੀਂ ਕੀਤਾ ਜਾ ਸਕਦਾ, ਬਿਲਕੁਲ ਨਹੀਂ ਕੀਤਾ ਜਾ ਸਕਦਾ। ਇੱਕ ਸੈਕਿੰਡ ਮੈਨੂੰ ਕੰਪਲੀਟ ਕਰਨ ਦਿਓ ਪਲੀਜ਼। ਜਿੱਥੇ ਸਰਵੇ ਦੀ ਗੱਲ ਤੁਸੀਂ ਕੀਤੀ ਆ ਕਿ 80% ਨੇ ਕਿਹਾ ਕਿ ਦੇ ਸਟਿਲ ਸਪੋਰਟ ਟਰੂਡੋ ਤੇ 20% ਨੇ ਕਿਹਾ ਕਿ ਨਹੀਂ। ਅਜੇ ਮਹੀਨਾ ਵੀ ਨਹੀਂ ਹੋਇਆ ਤੇ ਦੈਟ ਮੀਨਸ 20% ਬੰਦੇ ਅੱਜ ਹੀ ਟਰੂਡੋ ਦੇ ਅਗੇਂਸਟ ਹੋ ਗਏ ਆ। ਸੰਦੀਪ ਸਿੰਘ ਜੀ, ਜੇ ਤੁਸੀਂ ਕੈਂਪੇਨ ਡੇ ਦੀ ਪੋਲ ਦੇਖੋ ਨਾ, ਉਦੋਂ ਸਿਰਫ 40% ਬੰਦੇ ਜਸਟਿਨ ਟਰੂਡੋ ਨੂੰ ਸਪੋਰਟ ਕਰਦੇ, ਸਿਰਫ 40% ਬੰਦੇ। ਤੁਸੀਂ 20% ਜਿਹੜੇ ਅਗੇਨਸਟ ਕਹਿ ਰਹੇ ਜੋ, ਮੇਰੇ ਖਿਆਲ 80% ਜਿਹੜਾ 80 ਦਾ ਨੰਬਰ ਆਇਆ 40 ਦਾ ਗੇਨ ਹੋਇਆ ਵਾ। ਨਹੀਂ ਤੁਸੀਂ ਇਦਾਂ ਥੋੜਾ, ਲਾਈਕ ਜਦੋਂ ਉਹ ਪ੍ਰਾਈਮ ਮਿਨਿਸਟਰ ਹੀ ਬਣ ਗਏ ਉਸ ਤੋਂ ਬਾਅਦ ਦੀ ਆਪਾਂ ਤਾਂ ਗੱਲ ਕਰ ਰਹੇ ਹਾਂ ਨਾ। ਸੋ 80% ਨੋ ਤੁਸੀਂ ਗਲਤ ਕੰਪੇਅਰ ਕਰ ਰਹੇ ਹੋ। ਜਿੱਦਾਂ ਲਾਸਟ ਇਲੈਕਸ਼ਨ ਡੇਟ ਹੋਈ ਸੀ 39.2% ਲਿਬਰਲ ਨੂੰ ਸੀ ਤੇ ਲਗਭਗ 31 ਕੇ 30% ਕੰਜ਼ਰਵੇਟਿਵ ਨੂੰ ਸੀ, 19 ਕੇ 18% ਐਨਡੀਪੀ ਨੂੰ ਸੀ। ਤੁਸੀਂ ਇਹ ਵੇਖੋ ਕਿ ਕਿੰਨੇ ਲੋਕ ਅਪੋਜ਼ ਕਰਦੇ ਸੀ। ਪੋਲ ਸਰਵੇ ਕਹੋਗੇ ਤੁਸੀਂ, ਪੋਲ ਸਰਵੇ ਤੇ ਇਹ ਸਰਵੇਸ ਦੇ ਵਿੱਚ ਡਿਫਰੈਂਸ ਹੋਊਗਾ। ਮੈਂ ਐਕਚੁਅਲੀ ਤੁਹਾਡੀ ਜਿਹੜੀ ਤੁਸੀਂ ਗੱਲ ਦੱਸੀ ਹੈ ਨਾ ਵੀ ਜਿਹੜੀ ਇਹਨਾਂ ਦਾ ਗਵਰਨਮੈਂਟ ਦਾ ਖਰਚਾ ਆਏਗਾ ਉਹਦੇ ਨੂੰ ਤੁਸੀਂ ਕਰੋ ਕੰਪੇਅਰ ਸਟੀਵਨ ਹਾਰਪਰ ਦੇ ਨਾਲ। ਜਿਹੜਾ ਕੋਈ ਸਭ ਤੋਂ ਵੱਡਾ ਸਕੈਂਡਲ 10 ਸਾਲਾਂ ਵਿੱਚ ਸਟੀਵਨ ਹਾਰਪਰ ਦੇ ਆਫਿਸ ਵਿੱਚ ਇਹ ਆਇਆ ਕਿ ਜਿਹੜਾ ਉਹ ਮਾਈਕ ਡਫੀ ਸੀ, ਉਹਨੇ $90,000 ਖਰਚਿਆ। ਉਹ ਵੀ ਇੱਕ ਟੈਕਸ ਪੇਅਰ, ਜਿਹੜਾ ਦੂਸਰਾ ਬੰਦਾ ਸੀ ਆਪਣੇ ਟੈਕਸ ਪੇਅਰ ਜਿਹੜੇ ਉਹਦੇ ਮਨੀ ਸੀਗਾ, ਉਹਨੇ ਉਹ ਗਵਰਨਮੈਂਟ ਨੂੰ ਵਾਪਸ ਕੀਤਾ। ਦੈਟਸ ਦ ਬਿਗੇਸਟ ਸਕੈਂਡਲ ਜਿਹੜਾ ਹੈਗਾ ਹੈ ਨਾ। ਇਸ ਕਰਕੇ ਬਾਕੀ ਜਿਹੜੀ ਗਵਰਨਮੈਂਟ ਹੈ ਨਾ, ਜਿਹੜੀ ਐਕਚੁਅਲੀ ਗਵਰਨਮੈਂਟ ਜਿਹੜੀ ਸਾਰੀ ਫੰਕਸ਼ਨ ਕਰਦੀ ਸੀ, ਉਹ ਤਕਰੀਬਨ ਮੇਰਾ ਖਿਆਲ ਹੈ ਵੀ ਉਹਨਾਂ ਨੇ $12 ਬਿਲੀਅਨ ਸਾਲ ਦਾ ਗਵਰਨਮੈਂਟ ਦਾ ਖਰਚਾ ਘਟਾਇਆ ਸੀਗਾ। ਸੋ ਜਿਹੜਾ ਐਕਸਪੈਂਸ ਦੇ ਹਿਸਾਬ ਦੇ ਨਾਲ ਤੁਸੀਂ ਜਿਹੜੀ ਲਿਬਰਲ ਗਵਰਨਮੈਂਟ ਹੋਏਗੀ, ਤੁਸੀਂ 4 ਸਾਲ ਬਾਅਦ ਕੰਪੇਅਰ ਕਰ ਲਿਓ ਗਵਰਨਮੈਂਟ ਦਾ ਖਰਚਾ ਤੇ ਉਹਨਾਂ ਦੀ ਜਿਹੜੀ ਗਵਰਨਮੈਂਟ ਦਾ ਖਰਚਾ, ਤੁਸੀਂ ਕਦੇ ਕੰਪੇਅਰ ਕਰ ਹੀ ਨਹੀਂ ਸਕਦੇ। ਕਿਉਂਕਿ ਆਈ ਨੋ ਸਮ ਪੀਪਲ that who used to fly with the prime minister used to ask everybody that everybody should pay their own money, you know. So ਉਹ ਜਿਹੜਾ ਈਵਨ ਜਿਹੜਾ ਉਹਨਾਂ ਦਾ ਸ਼ੈਫ ਸੀਗਾ, ਜਦੋਂ ਜਿਹੜਾ ਉਹ ਸ਼ੈਫ ਜਸਟਿਨ ਟਰੂਡੋ ਨੇ ਫਾਇਰ ਕੀਤਾ ਕਿ ਇਹਨਾਂ ਨੇ ਆਪਣਾ ਨਵਾਂ ਹਾਇਰ ਕੀਤਾ ਸ਼ੈਫ ਨੇ, ਸਾਰੇ ਉਹ ਦੱਸਿਆ ਵੀ ਜਿਹੜੇ ਉਹਦੇ ਲੋਰੀਨ ਨੇ ਉਹਨੂੰ ਕਿਹਾ ਹੋਇਆ ਸੀਗਾ ਵੀ ਮੇਰੇ ਬੱਚਿਆਂ ਵਾਸਤੇ ਬਿਲਕੁਲ ਨਾਰਮਲ ਖਾਣਾ ਬਣਾਉਣਾ, ਕਦੇ ਕਿਸੇ ਵਾਸਤੇ ਕੋਈ ਐਕਸਟਰਾ ਚੀਜ਼ ਨਹੀਂ ਬਣਾਉਣੀ। ਦੈਟਸ ਵੈਰੀ ਗੁੱਡ। ਉਹਨਾਂ ਦਾ ਜਿਹੜਾ ਉਹ ਜਿਹੜੀ ਐਗਜ਼ਾਮਪਲ ਨਾਲੇ ਤੁਸੀਂ ਦੇਖੋਗੇ, ਜਿਹੜਾ ਟਰੂਡੋ ਵੀ ਸੀਗਾ ਉਹ ਵੀ ਚਲੋ ਬੜੀ, ਜਿਹੜੇ ਇਹਨਾਂ ਦੇ ਫਾਦਰ ਸੀਗੇ ਉਹਨਾਂ ਕੋਲ ਵੀ ਪੈਸੇ ਸੀਗੇ। ਉਸ ਤੋਂ ਬਾਅਦ ਪਾਲ ਮਾਰਟਨ ਵੀ ਸੀਗਾ, ਹੀ ਵਾਸ ਆਲਸੋ ਕੁਆਇਟ ਰਿਚ। ਬ੍ਰਾਇਨ ਮਰੂਨੀ ਵੀ ਕਾਫੀ ਰਿਚ। ਸਟੀਵਨ ਹਾਰਪਰ ਇਜ਼ ਦਾ ਓਨਲੀ ਪ੍ਰਾਈਮ ਮਿਨਿਸਟਰ ਜਿਹੜਾ ਕਿ ਬਿਲਕੁਲ ਐਵਰੇਜ ਫੈਮਿਲੀ ਦੇ ਵਿੱਚੋਂ ਬਣਿਆ ਹੋਇਆ ਸੀਗਾ। ਉਹਨੇ ਆਪਣਾ ਖਰਚਾ ਉੱਥੇ ਵੀ ਬਿਲਕੁਲ ਐਵਰੇਜ ਰੱਖਿਆ। ਉਹਨਾਂ ਨੇ ਕੋਈ ਆਪਦੇ ਬੱਚਿਆਂ ਵਾਸਤੇ ਸਾਂਭਣ ਵਾਸਤੇ ਕੋਈ ਨਹੀਂ ਰੱਖਿਆ। ਤਾਂ ਤੁਸੀਂ ਉਹਨੂੰ ਬਿਲਕੁਲ ਕੰਪੇਅਰ ਨਹੀਂ ਕਰ ਸਕਦੇ। ਇਹ ਤਾਂ ਤੁਸੀਂ ਜਿਹੜੀ ਟਰੂਡੋ ਦੀ ਵਾਈਫ ਹੈ, ਜਦੋਂ ਹੁਣ ਰਾਣੀ ਨੂੰ ਵੀ ਮਿਲਣ ਗਈ ਹੈ ਤਾਂ $7,000 ਦਾ ਇੱਕ ਡਾਇਮੰਡ ਦਾ ਪੀਸ ਲੋਨ ਲੈ ਕੇ ਬਰਕਸ਼ਾਇਰ ਬਣੀ ਕਿਹੜੀ ਹੈਗੀ ਆ ਉਹ, ਉਹਨਾਂ ਤੋਂ ਲੈ ਕੇ ਉੱਥੇ ਜਾ ਕੇ ਉਹ ਪਾਏ ਗਏ। ਇਹਨਾਂ ਦਾ ਸਟਾਈਲ ਇਜ਼ ਟੋਟਲੀ ਡਿਫਰੈਂਟ and I don't mind, they can keep their style, no problem at all. That style should not cost the taxpayers money, that's all it is. ਭਾਜੀ before we finish, ਹਰਪ੍ਰੀਤ ਜੀ ਤੁਹਾਡੇ ਲਾਸਟ ਕਮੈਂਟਸ। ਦੇਖੋ ਮੈਂ ਇੱਥੇ ਕਹੂੰਗਾ ਹਰਜੀਤ ਜੀ
ਤੁਸੀਂ ਵੀ ਇੱਥੇ ਮੈਂ ਵੀ ਇੱਥੇ ਆਈ ਥਿੰਕ ਵੀ ਸ਼ੁਡ ਵੇਟ ਆਪਾਂ ਹਰ ਮਹੀਨੇ ਹੀ ਲਗਭਗ ਇੱਕ ਐਪੀਸੋਡ ਲਿਬਰਲ ਗਵਰਨਮੈਂਟ ਦੀ ਪਰਫਾਰਮੈਂਸ ਉੱਤੇ ਕਰਾਂਗੇ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗਦਾ ਰਹੇ ਚਾਹੇ ਜੇ ਹਰਜੀਤ ਜੀ ਉਹ ਗਲਤ ਕਰਦੇ ਆ ਉਹ ਗੱਲ ਵੀ ਪਤਾ ਲੱਗਣੀ ਚਾਹੀਦੀ ਆ ਜੇ ਉਹ ਸਹੀ ਕਰਦੇ ਆ ਉਹ ਗੱਲ ਵੀ ਪਤਾ ਲੱਗਣੀ ਚਾਹੀਦੀ ਆ ਆਈ ਐਮ ਨਾਟ ਏ ਲਿਬਰਲ ਹਾਂ ਅੱਜ ਮੈਂ ਲਿਬਰਲ ਨੂੰ ਡਿਫੈਂਡ ਜ਼ਰੂਰ ਕਰ ਰਿਹਾ ਸੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਟਸ ਟੂ अर्ਲੀ ਐਂਡ ਵਨ ਸਾਈਡ ਸਟੋਰੀ ਸੁਣ ਕੇ ਤੁਸੀਂ ਫੈਸਲਾ ਨਹੀਂ ਕਰ ਸਕਦੇ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੂੰਗਾ ਹਰਜੀਤ ਜੀ ਇੱਕ ਨਿਊਜ਼ ਬ੍ਰੇਕ ਹੋਈ ਸੀ ਇੱਕ ਦਿਨ ਦਿੱਲੀ ਤੋਂ ਕਿ ਇੱਕ ਸਿੱਖ ਮੁੰਡੇ ਨੇ ਕੁੜੀ ਨੂੰ ਛੇੜਿਆ ਤੇ ਉਹ ਮੁੰਡੇ ਨੂੰ ਗ੍ਰਿਫਤਾਰੀ ਵੀ ਹੋ ਗਈ ਕਾਫੀ ਕੁਝ ਆਪ ਦੀ ਉਹ ਵੋਲੰਟੀਅਰ ਸੀ ਸਿਰਫ ਇੱਕ ਸਾਈਡ ਦੀ ਨਿਊਜ਼ ਸੁਣ ਕੇ ਮੀਡੀਆ ਨੇ ਉਸ ਮੁੰਡੇ ਨੂੰ ਗਲਤ ਠਹਿਰਾਤਾ ਸੀ ਬਟ ਜਦੋਂ ਦੂਜੀ ਸਾਈਡ ਦੀ ਸਟੋਰੀ ਸਾਹਮਣੇ ਆਈ ਤੇ ਕਾਫੀ ਪਿਕਚਰਸ ਕਲੀਅਰ ਹੋ ਗਈ ਸੇਮ ਐਗਜ਼ਾਮਪਲ ਮੈਂ ਇਹ ਕਹਿ ਰਿਹਾ ਕਿ ਜਸਟਿਨ ਟਰੂਡੋ ਜੀ ਪੈਰਿਸ ਗਏ ਹੋਏ ਨੇ ਪੈਰਿਸ ਕਾਨਫਰੰਸ ਤੇ ਨੇ ਨਿਊਜ਼ ਬ੍ਰੇਕ ਹੋਈ ਹੈ ਦੈਟਸ ਗੁੱਡ ਵੀ ਆਰ ਟਾਕਿੰਗ ਅਬਾਊਟ ਇਟ ਐਜ਼ ਏ ਕ੍ਰਿਟਿਕ ਆਪਾਂ ਨੂੰ ਕਹਿਣੀ ਵੀ ਚਾਹੀਦੀ ਹੈ ਜੇ ਗਵਰਨਮੈਂਟ ਕੋਈ ਗਲਤ ਕੰਮ ਕਰਦੀ ਆ ਬਟ ਮੇਰੇ ਖਿਆਲ ਵੀ ਸ਼ੁਡ ਲੈਟ ਜਸਟਿਨ ਟਰੂਡੋ ਕਮ ਬੈਕ ਉਹਨਾਂ ਦੀ ਜਸਟੀਫਿਕੇਸ਼ਨ ਸੁਣ ਲਈਏ ਕੀ ਆਂਦੇ ਨੇ ਜੋ ਕੁਐਸਚਨਸ ਨੇ ਕਿਉਂਕਿ ਕਿਤੇ ਨਾ ਕਿਤੇ ਰਿਪੋਰਟਰਸ ਨੇ ਕੁਐਸਚਨ ਤੇ ਪੁੱਛਣੇ ਆ ਜਸਟਿਨ ਟਰੂਡੋ ਹੈਵ ਟੂ ਆਨਸਰ ਇਟ ਲੈਟ ਹਿਮ ਆਨਸਰ ਉਸ ਤੋਂ ਬਾਅਦ ਅਸੀਂ ਫਿਰ ਬਹਿ ਕੇ ਇਹਨਾਂ ਗੱਲਾਂ ਤੇ ਗੱਲ ਕਰਾਂਗੇ ਤੇ ਜਿੱਦਾਂ ਮੈਂ ਕਿਹਾ ਲਗਭਗ ਹਰ ਮਹੀਨੇ ਦਾ ਆਪਾਂ ਐਂਡ ਆਫ ਦਾ ਵੀਕ ਡਿਸਾਈਡ ਕਰ ਲੈਂਦੇ ਹਾਂ ਕਿ ਆਪਾਂ ਲਿਬਰਲ ਗਵਰਨਮੈਂਟ ਦੀ ਪਰਫਾਰਮੈਂਸ ਤੇ ਗੱਲ ਕਰਾਂਗੇ ਤਾਂ ਕਿ ਆਪਣੇ ਦਰਸ਼ਕਾਂ ਨੂੰ ਵੀ ਪਤਾ ਲੱਗਦਾ ਰਹੇ ਕਿ ਜੇ ਇਹਨਾਂ ਨੇ ਵਾਅਦੇ ਅੱਜ ਨਹੀਂ ਨਿਭਾ ਰਹੇ ਤੇ ਜਿਹੜੇ ਵਾਅਦੇ ਕੀਤੇ ਸੀ ਉਹ ਤੇ ਟਿਕੇ ਨੇ ਕਿ ਨਹੀਂ ਟਿਕੇ ਨੇ ਹਰੀ ਧਾਲੀਵਾਲ ਜੀ ਤੁਹਾਡੇ ਲਾਸਟ ਕਮੈਂਟ ਮੈਂ ਤਾਂ ਇਹਦੇ ਵਿੱਚ ਇਹੀ ਕਹਿਣਾ ਚਾਹਾਂਗਾ ਵੀ ਹਾਂ ਠੀਕ ਹੈ ਇਨ ਦ ਲੌਂਗ ਰਨ ਇਟਸ ਨਾਟ ਗੋਇੰਗ ਟੂ ਬੀ ਹਿਊਜ ਡੀਲ ਇਟਸ ਨਾਟ ਗੋਇੰਗ ਟੂ ਮੇਕ ਐਂਡ ਬ੍ਰੇਕ ਵੀ ਹਾਂ ਵੀ ਅਗਲੀ ਇਲੈਕਸ਼ਨ ਇਹਦੇ ਕਰਕੇ ਇਹਨਾਂ ਨੇ ਹਾਰਨੀ ਹੈ ਜਾਂ ਇਹਨਾਂ ਨੇ ਜਿੱਤਣੀ ਹੈ ਪਰ ਆਈ ਐਮ ਮਾਈਂਡਫੁਲ ਆਫ ਦਿਸ ਕਿ ਵੀ ਇਹ ਕਿਤੇ ਟ੍ਰੈਂਡ ਨਾ ਇਸ ਤਰ੍ਹਾਂ ਦਾ ਹੋਵੇ ਕਿ ਇਹ ਪੁਰਾਣੀਆਂ ਆਦਤਾਂ ਜਿਹੜੀਆਂ ਹੈਗੀਆਂ ਜਿਵੇਂ ਸਪਾਂਸਰ ਜਸਟ ਰਿਮਾਈਂਡਸ ਮੀ ਆਫ ਸਪਾਂਸਰਸ਼ਿਪ ਸਕੈਂਡਲ and not able to care about the taxpayers money ਇਹਨਾਂ ਚੀਜ਼ਾਂ ਤੋਂ ਜੇ ਇਹ ਬਚ ਜਾਣਗੇ ਤਾਂ ਇਹਨਾਂ ਦੀ ਗਵਰਨਮੈਂਟ ਚੰਗੀ ਸਮੂਥ ਚੱਲੇਗੀ ਤੇ ਬਾਕੀ ਇਹ ਵੀ ਆਈ ਐਮ ਨਾਟ ਸੇਇੰਗ ਵੀ ਦਿਸ ਇਸ਼ੂ ਇਜ਼ ਗੋਇੰਗ ਟੂ ਲਾਸਟ ਲਾਈਕ 4 years it will be here for about a week or so then I think there will be lot more issues that I think we will be able to talk about in future thank you very much ਹਰਪ੍ਰੀਤ ਜੀ ਹਰੀ ਧਾਲੀਵਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਵਾਸਤੇ ਇੱਕ ਇਨਫੋਰਮੇਸ਼ਨ ਕਿ ਸਾਡਾ ਫੋਨ ਨੰਬਰ ਈਮੇਲ ਆਈਡੀ ਨੀਚੇ ਮੈਂਸ਼ਨਡ ਆ ਕੋਈ ਵੀ ਤੁਹਾਡੇ ਸੁਜੈਸ਼ਨਸ ਹੋਣ ਸਾਨੂੰ ਪਲੀਜ਼ ਜਰੂਰ ਦੱਸਿਓ ਫਿਰ ਕੱਲ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ